स्वागत देश विदेश ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਮੈਂ ਅਮੇਗਾ। ਅਕਸਰ ਜਦੋਂ ਕਿਸੇ ਨੂੰ ਅਸੀਂ ਮਿਲਦੇ ਹਾਂ ਤੇ ਉਸ ਨੂੰ ਪੁੱਛਦੇ ਹਾਂ ਕੀ ਹਾਲ ਚਾਲ ਹੈ ਤੇ ਅਗਲਾ ਮੁਸਕਰਾ ਕੇ ਸਾਨੂੰ ਜਵਾਬ ਦਿੰਦਾ ਬਿਲਕੁਲ ਠੀਕ ਹੈ। ਭਾਵੇਂ ਉਸ ਦੀ ਮੁਸਕਰਾਹਟ ਦੇ ਪਿੱਛੇ ਕਿੰਨਾ ਹੀ ਤਣਾਅ ਕਿਉਂ ਨਾ ਛੁਪਿਆ ਹੋਵੇ। ਪਹਿਲੇ ਸਮੇਂ ਦੇ ਵਿੱਚ ਅਸੀਂ ਦੇਖਦੇ ਸੀ ਕਿ ਘਰ ਦੇ ਵੱਡਿਆਂ ਨੂੰ ਤਣਾਅ ਰਹਿੰਦਾ ਸੀ ਤੇ ਬੱਚੇ ਹਮੇਸ਼ਾ खुश ਰਹਿੰਦੇ ਸੀ। ਜਿੱਦਾਂ ਜਿੱਦਾਂ ਸਮਾਂ ਵਧਿਆ ਅਸੀਂ ਇਹ ਵੀ ਦੇਖਿਆ ਕਿ ਹੁਣ ਨੌਜਵਾਨਾਂ ਨੂੰ ਕਈ ਗੱਲਾਂ ਤੇ ਤਣਾਅ ਰਹਿੰਦਾ ਹੈ। ਹੋਰ ਅੱਗੇ ਜਾਈਏ ਤੇ ਇਹ ਵੀ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਹੁਣ ਬੱਚਿਆਂ ਨੂੰ ਵੀ ਤਣਾਅ ਹੋਣਾ ਸ਼ੁਰੂ ਹੋ ਗਿਆ। ਜੇ ਹੋਰ ਅੱਗੇ ਦੀ ਗੱਲ ਕਰੀਏ ਤੇ ਇਹ ਵੀ ਦੇਖ ਰਹੇ ਹਾਂ ਕਿ 1 ਸਾਲ ਦੇ ਬੱਚੇ ਨੂੰ ਵੀ ਤਣਾਅ ਹੈ, 5 ਸਾਲ ਦੇ ਬੱਚੇ ਨੂੰ ਵੀ ਤਣਾਅ ਹੈ। ਤੇ ਕਿਉਂ ਹੈ, ਕੀ ਇਸ ਦੇ ਕਾਰਨ ਹੈ ਤੇ ਕਿੱਦਾਂ ਬੱਚੇ ਤਣਾਅ ਤੋਂ ਬਚ ਸਕਦੇ ਨੇ, ਇਸੇ ਵਿਸ਼ੇ ਤੇ ਅੱਜ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਚਰਚਾ ਕਰਾਂਗੇ। ਤੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਸ਼ਿੰਦਰ ਕੌਰ ਜੀ, ਪ੍ਰੋਫੈਸਰ ਮੈਡੀਕਲ ਕਾਲਜ ਪਟਿਆਲਾ ਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ। ਬਹੁਤ ਤੁਹਾਡਾ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ। ਧੰਨਵਾਦ ਜੀ। ਤੇ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਦੱਸ ਰਹੀ ਸੀ ਕਿ ਤਣਾਅ ਹੁਣ ਇੰਨਾ ਜ਼ਿਆਦਾ ਵੱਧ ਗਿਆ ਕਿ 5 ਸਾਲ ਦੇ ਬੱਚੇ ਨੂੰ ਵੀ ਤਣਾਅ ਹੈ, 8 ਸਾਲ ਦੇ ਬੱਚੇ ਨੂੰ ਵੀ ਤਣਾਅ ਹੈ ਤੇ 1 ਸਾਲ ਦੇ ਬੱਚੇ ਨੂੰ ਵੀ ਤਣਾਅ ਹੈ। ਤੇ ਜਾਂ ਇੰਜ ਕਹਿ ਲਈਏ ਕਿ ਮਾਂ ਦੀ ਕੁੱਖ ਤੋਂ ਹੀ ਜਿਹੜਾ ਤਣਾਅ ਹੈ ਉਹ ਸ਼ੁਰੂ ਹੋ ਜਾਂਦਾ ਹੈ। ਕੀ ਮੈਂ ਸਹੀ ਕਹਿ ਰਹੀ ਹਾਂ? ਪਹਿਲੇ ਤਾਂ ਤੁਹਾਨੂੰ ਇਹੀ ਪੁੱਛਦੀ ਹਾਂ। ਜੀ ਬਿਲਕੁਲ, ਮੈਨੂੰ ਲੱਗਦਾ ਕਿ ਸੁਣਨ ਵਾਲੇ ਸ਼ਾਇਦ ਉਹਨਾਂ ਨੂੰ ਬਹੁਤ ਅਜੀਬ ਜਿਹੀ ਗੱਲ ਜਾਪੇ ਜੀ, ਪਰ ਸੱਚਮੁੱਚ ਹੁਣ ਤੇ ਅਨੇਕ ਖੋਜਾਂ ਨੇ ਜਿਹੜੀਆਂ ਵਿਸ਼ਵ ਪੱਧਰੀ ਨੇ ਤੇ ਸਾਬਤ ਵੀ ਹੋ ਚੁੱਕੀਆਂ ਨੇ ਕਿ ਮਾਂ ਦਾ ਤਣਾਅ ਕਿਵੇਂ ਉਹਦੇ ਅੰਦਰਲੇ ਨਿਕਲਦੇ ਸਟ੍ਰੈਸ ਹਾਰਮੋਨਸ, ਕੋਰਟੀਸੋਲ ਜਾਂ ਹੋਰ ਅਨੇਕ ਜਿਵੇਂ ਉਹਦੇ ਗਰਭ ਦੇ ਅੰਦਰ ਬੱਚੇ ਤਾਈਂ ਪਹੁੰਚਦੇ ਨੇ, ਕਿਵੇਂ ਉਹਦੀ ਦਿਲ ਦੀ ਧੜਕਣ ਦੀ ਤਬਦੀਲੀ ਹੁੰਦੀ ਹੈ, ਕਿਸ ਤਰੀਕੇ ਉਹਦੇ ਅੰਗਾਂ ਦੇ ਵਿੱਚ ਜਾਂਦੀ ਆਕਸੀਜਨ ਦੇ ਘਟਣ ਨਾਲ ਕਿਵੇਂ ਉਹਦਾ ਹੌਲੀ ਤੁਸੀਂ ਦੇਖਦੇ ਹੋ ਵਿਕਾਸ, ਜੋ ਕਿ ਮਾਨਸਿਕ ਵਿਕਾਸ ਵੀ ਤੇ ਨਾਲੋਂ ਨਾਲ ਹੀ ਉਹਦਾ ਸਰੀਰਕ ਵਿਕਾਸ ਵੀ ਰੁਕ ਜਾਂਦਾ ਹੈ। ਹੁਣ ਤੇ ਇੱਥੋਂ ਤੱਕ ਪਤਾ ਲੱਗ ਚੁੱਕਾ ਹੋਇਆ ਕਿ ਬੱਚੇ ਦੇ ਦਿਮਾਗ ਦੇ ਜੋ ਤਰੰਗਾਂ ਤੇ ਜਿਸ ਤਰੀਕੇ ਉਹਦੇ ਕਨੈਕਸ਼ਨਸ ਬਣਨੇ ਹੁੰਦੇ ਨੇ ਉਹ ਕਿਵੇਂ ਵਿਗਾੜ ਵੱਲ ਜਾਂਦੇ ਨੇ। ਤੇ 13 ਦੇ ਢੇਰ ਬੱਚੇ ਅਸੀਂ ਦੇਖ ਰਹੇ ਹਾਂ ਜੋ ਔਟਿਜ਼ਮ, ADHD, ਟਿਕ ਕੇ ਨਾ ਬੈਠਣਾ, ਜ਼ਿੱਦੀ, ਜ਼ਿਆਦਾ ਰੋਂਦੂ, ਚਿੜਚਿੜੇ, ਸੋ ਇਹ ਚੀਜ਼ਾਂ ਜੋ ਸਾਨੂੰ ਦਿਖ ਰਹੀਆਂ ਨੇ, ਸਾਨੂੰ ਲੱਗਦਾ ਸੀ ਕਿ ਤਣਾਅ ਸ਼ਾਇਦ ਕਿਤੇ ਬਾਹਰ ਹੀ ਹੈ, ਪਰ ਹੁਣ ਸਮਝ ਆ ਚੁੱਕੀ ਹੈ ਕਿ ਤਣਾਅ ਤਾਂ ਮਾਂ ਦੇ ਢਿੱਡ ਅੰਦਰੋਂ, ਮਾਂ ਵੱਲੋਂ ਹੀ ਲੈ ਕੇ ਬੱਚਾ ਇੱਕ ਵਿਰਸਾ ਹੀ ਲੈ ਕੇ ਪੈਦਾ ਹੋਇਆ, ਜਿਸ ਸਦਕਾ ਹੁਣ ਉਹ ਅੱਗੋਂ ਉਹਦੀ ਪੂਰਾ ਕਿਰਦਾਰ ਬਣਨਾ ਹੈ, ਕਿਸ ਤਰੀਕੇ ਦਾ ਉਹਨੇ ਯਾਨੀ ਅਗਾਂਹ ਜ਼ਿੱਦੀ ਬਣਨਾ ਜਾਂ ਕਿਸੇ ਦੇ ਪ੍ਰਤੀ ਪਿਆਰ ਵਾਲੀ ਜਾਂ ਤਰਸ ਵਾਲੀ ਭਾਵਨਾ ਹੋਣੀ ਹੈ, ਕਿਸ ਤਰੀਕੇ ਦਾ ਉਹਨੇ ਤਣਾਅ ਨੂੰ ਨਜਿੱਠਣਾ ਜਦੋਂ ਜ਼ਿੰਦਗੀ 'ਚ ਕੋਈ ਔਖਾ ਸਮਾਂ ਆਏ। ਇਹ ਸਾਰਾ ਕੁਛ ਡਿਪੈਂਡੈਂਟ ਉਹਦਾ ਮਾਂ ਦੇ ਢਿੱਡ ਅੰਦਰੋਂ ਹੀ ਸ਼ੁਰੂ ਹੋ ਜਾਂਦਾ। ਅਸੀਂ ਇਹ ਇਤਿਹਾਸ ਦੇ ਵਿੱਚ ਵੀ ਇਹ ਪੜ੍ਹਿਆ ਹੈ ਤੇ ਅਸੀਂ ਕਹਾਣੀਆਂ ਸਾਡੇ ਸਾਹਮਣੇ ਹੈ ਜਿਹਦੇ ਵਿੱਚ ਉਦਾਹਰਨ ਨੇ ਕਿ ਮਾਂ ਦੀ ਕੁੱਖ ਦੇ ਵਿੱਚੋਂ ਹੀ ਬੱਚਾ ਜਿਹੜਾ ਹੈ ਉਹ ਬਹੁਤ ਕੁਝ ਸਿੱਖ ਲੈਂਦਾ। ਤੇ ਗੱਲ ਫਿਰ ਇੱਥੇ ਆ ਜਾਂਦੀ ਹੈ ਕਿ ਜੇ ਤਣਾਅ ਦੀ ਸ਼ੁਰੂਆਤ ਹੀ ਇੱਥੋਂ ਹੋ ਰਹੀ ਹੈ ਤੇ ਮਾਂ ਦੀ ਜਿਹੜਾ ਉਹ ਟਾਈਮ ਹੁੰਦਾ ਹੈ ਜਿਸ ਵੇਲੇ ਮਾਂ ਦੀ ਕੁੱਖ ਦੇ ਵਿੱਚ ਬੱਚਾ ਹੈ ਤੇ ਉਸ ਟਾਈਮ ਉਸ ਨੂੰ ਐਸਾ ਕੀ ਕਰਨਾ ਚਾਹੀਦਾ ਹੈ ਜਾਂ ਉਸਦਾ ਐਸਾ ਕੀ ਉਹ ਕਰ ਸਕਦੀ ਹੈ ਕਿ ਬੱਚੇ ਨੂੰ ਤਣਾਅ ਨਾ ਹੋਵੇ? ਬਿਲਕੁਲ, ਕਿਉਂਕਿ ਅੱਜ ਕੱਲ੍ਹ ਅਸੀਂ ਸਟ੍ਰੈਸ ਮੈਨੇਜਮੈਂਟ ਜ਼ਿਆਦਾ ਕਲਾਸਾਂ ਵਿੱਚ, ਸਕੂਲਾਂ ਵਿੱਚ ਜਾਂ ਕਾਲਜਾਂ ਵਿੱਚ, ਯੂਨੀਵਰਸਿਟੀਜ਼ ਵਿੱਚ ਦੇਣ ਲੱਗ ਗਏ ਹਾਂ, ਜਦ ਕਿ ਅਸਲ ਤਣਾਅ ਦੀ ਮੈਨੇਜਮੈਂਟ ਉਸ ਮਾਂ ਨੂੰ ਹੁੰਦੀ ਜੇ ਉਸ ਘਰ ਦੇ ਵਿੱਚ ਪੂਰੇ ਮਾਹੌਲ 'ਚ ਹੋਣੀ ਚਾਹੀਦੀ ਹੈ। ਸੋ ਇਹਦਾ ਮਤਲਬ ਇਹ ਕਿ ਮਾਂ ਦਾ ਖੁਸ਼ ਹੋਣਾ ਜੋ ਕਿ ਦਿਖਾਵੇ ਵਜੋਂ ਨਹੀਂ, ਕਿਉਂਕਿ ਹਾਰਮੋਨ ਸਰੀਰ ਦੇ ਅੰਦਰੋਂ ਨਿਕਲਣੇ ਨੇ, ਸੋ ਮਾਂ ਦਾ ਖੁਸ਼ ਹੋਣਾ, ਉਹ ਮਾਹੌਲ ਖੁਸ਼ਨੁਮਾ ਹੋਣਾ ਜਿਹਦੇ ਵਿੱਚ ਤੁਸੀਂ ਸੋਚੋ ਕਿ ਕੋਈ ਗੁੱਸਾ ਨਹੀਂ, ਕੋਈ ਮੰਦੀ ਸ਼ਬਦਾਵਲੀ ਨਹੀਂ, ਤੁਸੀਂ ਪਿਆਰ ਅਤੇ ਮੁਹੱਬਤ ਨਾਲ ਇੱਕ ਦੂਜੇ ਦੀ ਪੁੱਛ ਗਿੱਛ ਵੀ ਕਰ ਰਹੇ ਹੋ, ਤਾਂ ਤੁਸੀਂ ਸੋਚ ਸਕਦੇ ਹੋ ਕਿ ਉਹ ਕਿੰਨਾ ਸੁਖਾਵਾਂ ਮਾਹੌਲ ਹੈ ਜਿਸ 'ਚ ਕਿਸੇ ਨੂੰ ਬਲੱਡ ਪ੍ਰੈਸ਼ਰ ਨਹੀਂ, ਕੋਈ ਹਾਰਟ ਅਟੈਕ ਨਹੀਂ, ਕੋਈ ਸ਼ੂਗਰ ਦਾ ਮਰੀਜ਼ ਨਹੀਂ। ਅਤੇ ਸਾਰੇ ਹੀ ਜਦੋਂ ਇਸ ਤਰੀਕੇ ਦੇ ਮਾਹੌਲ ਵਿੱਚ ਕਿਸੇ ਆਉਣ ਵਾਲੇ ਲਈ ਸਵਾਗਤ ਵਜੋਂ ਘਰ ਵਿੱਚ ਖੁਸ਼ੀਆਂ ਅਤੇ ਖੇੜੇ ਵੰਡਦੇ ਹੋਣ, ਉਹ ਮਾਹੌਲ ਬਹੁਤ ਜ਼ਰੂਰੀ ਹੈ ਜੀ। ਹੁਣ ਇਹਦੇ ਵਿੱਚ ਮਾਂ ਦੇ ਵਾਸਤੇ ਜੋ ਸੁਝਾਈਆਂ ਗਈਆਂ ਗੱਲਾਂ ਨੇ ਕਿ ਉਹ ਵਾਕਿੰਗ ਯਾਨੀ ਸੈਰ ਜ਼ਰੂਰ ਕਰਦੀ ਰਹੇ, ਕਸਰਤ ਜ਼ਰੂਰੀ ਜੇ। ਸ਼ਾਇਦ ਮਜ਼ਾਕ ਲੱਗੇ ਸਾਡੇ ਮੁਲਕ ਵਿੱਚ ਤਾਂ, ਪਰ ਅਸੀਂ ਤਾਂ 8ਵੇਂ ਮਹੀਨੇ ਤੱਕ ਵੀ ਕਹਿੰਦੇ ਹਾਂ ਕਿ ਜੇ ਮਾਂ ਤੈਰਦੀ ਹੈ, ਸਵਿਮਿੰਗ ਕਰਦੀ ਹੈ ਤਾਂ ਬਿਲਕੁਲ ਠੀਕ ਹੈ, ਕੋਈ ਮਾੜੀ ਗੱਲ ਨਹੀਂ ਹੈ। ਸੋ ਉਸ ਤਰੀਕੇ ਦਾ ਜੇ ਸਮਝੀਏ ਕਿ ਬਹੁਤਾ ਭਾਰੀ ਜਾਂ ਵਜ਼ਨੀ ਕੰਮ ਨਾ ਕੀਤਾ ਜਾਏ, ਕਿ ਆਪਾਂ ਰੇਸ ਨਹੀਂ ਦੌੜਨੀ, ਪਰ ਤੁਸੀਂ
ਸਾਈਕਲਿੰਗ ਜਿਵੇਂ ਕਰ ਸਕਦੇ ਹੋ, ਜਾਂ ਤੁਸੀਂ ਵਾਕਿੰਗ ਬ੍ਰਿਸਕ ਕਰ ਸਕਦੇ ਹੋ। ਜੀ ਤੁਸੀਂ ਜੇ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਕੋਈ ਮੈਡੀਕਲ, ਤਾਂ ਮਾਂ ਲਈ ਰੋਜ਼ਾਨਾ ਕੁਝ ਹਾਸੇ ਦਾ ਪ੍ਰੋਗਰਾਮ ਹੋ ਜਾਏ, ਭਾਵੇਂ ਕੁਝ ਸਹਿਜ ਹੋਣ ਲਈ ਸੰਗੀਤ ਜਾਂ ਗੀਤ ਸੁਣਨੇ, ਕੋਈ ਅੱਛੇ ਪ੍ਰੋਗਰਾਮ ਵੇਖਣੇ ਜਿਸ 'ਚ ਪੋਜ਼ਿਟਿਵ ਉਹਦੇ 'ਚੋਂ ਤਰੰਗਾਂ ਨਿਕਲਦੀਆਂ ਹੋਣ, ਸਾਰਥਿਕ ਤਰੰਗਾਂ। ਸੋ ਇਹ ਚੀਜ਼ਾਂ, ਜਾਂ ਕੋਈ ਪੁਰਾਣੀਆਂ ਗੱਲਾਂ, ਇਹ ਹੁਣ ਤੁਹਾਨੂੰ ਲੱਗੇਗਾ ਬੜਾ ਕਮਾਲ, ਪਰ ਸਾਡੇ ਜੇ ਆਪਣੇ ਮੁਲਕ ਵੱਲ ਅਸੀਂ ਝਾਤ ਮਾਰੀਏ ਕਿੰਨਾ ਅਮੀਰ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਕਿ ਉਹ ਕਹਾਣੀ ਜਿਵੇਂ ਸੁਣਾਈ ਗਈ, ਤੇ ਐਗਜ਼ੈਕਟਲੀ ਇੰਜੀ ਜੋ ਮਾਂ ਗੱਲ ਕਰਦੀ ਹੈ ਨਾ, ਮੈਂ ਬਹੁਤ ਅਹਿਮ ਖੋਜ ਦੀ ਗੱਲ ਕਰ ਰਹੀ ਹਾਂ ਇਸ ਵੇਲੇ। ਜੇ ਕੋਈ ਸਾਡੇ ਸੁਣਨ ਵਾਲਿਆਂ 'ਚੋਂ ਜੇ 2% ਵੀ ਸ਼ਾਇਦ ਇਹ ਸਮਝ ਜਾਣ, ਮੈਨੂੰ ਲੱਗਦਾ ਹੈ ਸਾਡੇ ਮੁਲਕ ਵਿੱਚ ਬੜੀ ਤਗੜੀ ਤਬਦੀਲੀ ਆ ਜਾਏਗੀ। ਇਹ ਵੇਖਿਆ ਗਿਆ ਕਿ ਕੁਝ ਨਰਸਰੀ ਵਿੱਚ ਯਾਨੀ ਬੱਚੇ ਰੱਖੇ ਗਏ ਸਨ ਜਿਹੜੇ ਬਹੁਤ ਬਿਮਾਰ ਸਨ, ਵਕਤ ਤੋਂ ਪਹਿਲਾਂ ਜੰਮੇ ਸਤਮਾਏ ਬੱਚੇ। ਸੋ ਉਹਨਾਂ ਨੂੰ ਜਦੋਂ ਰੱਖਿਆ ਗਿਆ ਤਾਂ ਦੇਖਿਆ ਗਿਆ ਕਿ ਉਹਨਾਂ ਦੇ ਨੇੜੇ ਅਲੱਗ-ਅਲੱਗ ਉਹਨਾਂ ਦੇ ਪੰਗੂੜਿਆਂ ਦੇ ਵਿੱਚ, ਜਿੱਥੇ ਉਹ ਕੋਈ ਕ੍ਰੈਡਲ 'ਚ ਸਨ, ਕਿਸੇ ਨੂੰ ਵੈਂਟੀਲੇਟਰ 'ਤੇ ਸਨ, ਕੋਈ ਕਾਫੀ ਯਾਨੀ ਢਿੱਲੇ ਬੱਚੇ ਸੀ। 2 ਹਿੱਸਿਆਂ 'ਚ ਵੰਡ ਲਏ ਗਏ। ਇੱਕ ਹਿੱਸਿਆਂ ਨੂੰ ਮਾਂ ਦੀ ਉਹੀ ਗੱਲ, ਜਿਵੇਂ ਉਹ ਮਾਂ ਦੇ ਢਿੱਡ 'ਚ ਸਨ, ਜਿਵੇਂ ਉਹ ਗੱਲਾਂ ਕਰਦੀ ਸੀ, ਕੋਈ ਲੋਰੀਆਂ ਸੁਣਾਉਂਦੀ ਸੀ, ਉਹੀ ਗੱਲਾਂ ਉਹ ਸੁਣਾਈਆਂ ਗਈਆਂ, ਉਹਨਾਂ ਦੇ ਕੰਨ ਦੇ ਨੇੜੇ ਰਿਕਾਰਡ ਕੀਤੀਆਂ ਹੋਈਆਂ। ਤੇ ਕੁਝ ਜੋ ਦੂਸਰੇ ਪਾਸੇ ਸਨ, ਉਹਨਾਂ ਨੂੰ ਉਹ ਚੀਜ਼ਾਂ ਨਹੀਂ ਸੁਣਾਈਆਂ ਗਈਆਂ, ਜਿਨ੍ਹਾਂ 'ਚੋਂ ਕੁਝ ਨੂੰ ਕੋਈ ਹੋਰ ਜ਼ਬਾਨ ਸੁਣਾਈ ਗਈ। ਯਾਨੀ ਕਹਿਣ ਦਾ ਭਾਵ ਕਿ ਜਿਵੇਂ ਉਹਨੂੰ ਕਿਸੇ ਨੂੰ ਚੀਨੀ ਜ਼ਬਾਨ ਸੁਣਾਤੀ, ਉਹ ਜਾਪਾਨੀ ਸੀ, ਜਾਂ ਇਸ ਤਰੀਕੇ ਉਹਨਾਂ ਨੇ ਇਹ ਖੋਜ ਕੀਤੀ। ਹੁਣ ਉਸ ਖੋਜ ਵਿੱਚ ਕਮਾਲ ਦੀ ਚੀਜ਼ ਇਹ ਦੇਖੋ ਕਿ ਛੇਤੀ ਭਾਰ ਵਧਣ ਵਾਲੇ, ਛੇਤੀ ਠੀਕ ਹੋ ਕੇ ਬਾਹਰ ਨਿਕਲਣ ਵਾਲੇ, ਤੇ ਉਹਨਾਂ ਵਿੱਚੋਂ ਮੌਤ ਦਰ ਘਟਣ ਵਾਲੇ ਸਿਰਫ ਉਹ ਸਨ ਜਿਨ੍ਹਾਂ ਨੇ ਉਹ ਬੜੀਆਂ ਸੂਦਿੰਗ ਜੀਆਂ ਮਾਂ ਦੀਆਂ ਉਹੀ ਗੱਲਾਂ ਪਿਆਰੀਆਂ ਜੀਆਂ, ਉਹ ਮੇਲੇ ਗੁਗਲੂ ਗੁਗਲੂ ਛੋਨੂੰ ਮੈਨੂੰ ਕੀ ਕਰਦਾ ਪਿਆ ਜੀ, ਯਾਨੀ ਇਸ ਤਰੀਕੇ ਦੀ ਆਵਾਜ਼ ਜਦੋਂ ਸੁਣੀ ਤਾਂ ਉਹਨਾਂ ਦੇ ਦੇਖਿਆ ਗਿਆ ਹਰਕਤਾਂ ਵਿੱਚ, ਉਹਨਾਂ ਦੇ ਸਟ੍ਰੈਸ ਹਾਰਮੋਨਸ ਜੋ ਉਦੋਂ ਹੀ ਨਿਕਲਣੇ ਸਨ ਸਭ ਘਟੇ, ਉਹਨਾਂ ਦਾ ਵਧਣਾ ਫੁੱਲਣਾ, ਉਹਨਾਂ ਦੇ ਚਿਹਰੇ 'ਤੇ ਸ਼ਾਂਤਮਈ ਸੁਭਾਅ ਦਿਸਣਾ, ਇਹ ਇੰਨਾ ਕੁ ਤਗੜਾ ਰਿਸਪੌਂਸ ਸੀ ਕਿ ਦੂਜੇ ਪਾਸੇ ਵਿੱਚ ਮੌਤ ਦਰ ਤੱਕ ਵਧੀ ਲੱਭੀ। ਜ਼ਿਆਦਾ ਦੇਰ ਹਸਪੀਟਲ ਉਹਦੇ 'ਚ ਰਹੇ, ਉਹਨਾਂ ਦੇ ਬਾਅਦ ਦੇ ਵੀ ਮਾਨਸਿਕ ਵਿਕਾਸ 'ਤੇ ਅਸਰ ਪਿਆ। ਤੇ ਉਹਨਾਂ 'ਚੋਂ ਬਹੁਤ ਸਾਰੇ ਸਨ ਜਿਹੜੇ ਪੂਰਨ ਰੂਪ ਵਿੱਚ ਨਾਰਮਲ ਹੋ ਹੀ ਨਹੀਂ ਸਕੇ। ਸੋ ਇੰਨਾ ਫਰਕ ਪੈ ਜਾਂਦਾ ਜੇ ਇੱਕ ਨਵ ਜੰਮੇ ਬੱਚੇ ਦੇ ਵਿੱਚ ਵੀ ਤਣਾਅ ਨਾਲ, ਕਿ ਕਿਵੇਂ ਉਸ ਸਮੇਂ ਦਾ ਪਿਆਰ ਤੇ ਮੁਹੱਬਤ ਨਾਲ ਜੋ ਉਹਦਾ ਪੁਚਕਾਰਨਾ ਜਾਂ ਗੱਲ ਕਰਨੀ, ਉਹ ਡਾਕਟਰ ਵੱਲੋਂ ਨਹੀਂ, ਯਾਨੀ ਮਾਂ ਤੋਂ ਸੁਣੇ ਸ਼ਬਦ ਜੋ ਢਿੱਡ ਦੇ ਅੰਦਰ ਉਹਨੂੰ ਪਹੁੰਚ ਗਈਆਂ ਸਨ ਤਰੰਗਾਂ, ਇਸ ਤਰੀਕੇ ਅਸਰ ਸੁਣਾਉਂਦੀਆਂ ਨੇ। ਜੀ, ਤੇ ਡਾਕਟਰ ਸਾਹਿਬ ਜਿਸ ਇਹ ਗੱਲ ਵੀ ਬੜੀ ਨਵੀਂ ਤੇ ਅਲੱਗ ਹੈ ਕਿ ਮਾਂ ਦੀ ਕੁੱਖ ਦੇ ਵਿੱਚ ਹੀ ਬੱਚਾ ਜਿਹੜਾ ਹੈ ਉਹ ਤਣਾਅ ਲੈ ਲੈਂਦਾ ਹੈ ਜਾਂ ਉਹ ਤਰੰਗਾਂ ਉਹਦੇ ਤੱਕ ਪਹੁੰਚਦੀਆਂ ਨੇ, ਤੇ ਵਾਕਈ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਤੇ ਗੱਲ ਹੁਣ ਅੱਗੇ ਵਧਾਉਂਦੇ ਹਾਂ, ਹੈ ਨਾ, ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਵੀ ਮੈਂ ਗੱਲ ਕੀਤੀ ਕਿ 1 ਸਾਲ ਦੇ ਬੱਚੇ ਨੂੰ ਤਣਾਅ ਸੁਣਨ ਦੇ ਵਿੱਚ ਬੜਾ ਅਜੀਬ ਲੱਗਦਾ ਹੈ ਕਿ 1 ਸਾਲ ਦੇ ਬੱਚੇ ਦੀ ਜ਼ਿੰਦਗੀ ਤਾਂ ਬੜੀ ਸਧਾਰਨ ਜਿਹੀ ਹੁੰਦੀ ਹੈ, ਜਿੱਦਾਂ ਮਾਂ ਨੇ ਦੁੱਧ ਦੇਣਾ, ਮਾਂ ਨੇ ਹੀ ਰੋਟੀ ਦੇਣੀ, ਤੇ ਉਹਨੇ ਖੇਡਣਾ ਤੇ ਸਾਰਿਆਂ ਨੇ ਪਿਆਰ ਕਰਨਾ, ਤੇ ਇਹਦੇ ਵਿੱਚ ਤਣਾਅ ਕਿੱਥੋਂ ਆਇਆ? ਬਿਲਕੁਲ, ਦੇਖੋ ਅਸੀਂ ਆਮ ਤੌਰ 'ਤੇ ਸੋਚਦੇ ਹਾਂ ਕਿ ਇਹ ਤਾਂ ਹੁਣ ਨਾ ਬੋਲ ਸਕਦਾ, ਤੇ ਇੱਕ ਲੋਥੜਾ ਪਿਆ ਮਾਸ ਦਾ, ਤੇ ਕੋਈ ਗੱਲ ਨਹੀਂ, ਲੰਘੇ, ਅਸੀਂ ਬੁਲਾ ਲਿਆ, ਪੁਚਕਾਰ ਲਿਆ, ਤੁਰ ਗਏ। ਉਦੋਂ ਵੇਖੋ ਉਹ ਸਮਾਂ ਜੇ ਪਹਿਲੇ ਸਾਲ ਦੇ ਵਿੱਚ ਬੱਚੇ ਦਾ ਦਿਮਾਗ ਜੋ ਬਣ ਰਿਹਾ ਜੇ ਇੱਕ ਖਾਲੀ ਸਲੇਟ ਵਾਂਗ, ਇੱਕ ਹਾਰਡ ਡਿਸਕ ਪਈ ਹੈ ਕੰਪਿਊਟਰ ਦੀ ਜਿਸ 'ਚ ਹਰ ਚੀਜ਼ ਛਪਣੀ ਹੈ, ਉਸ ਤੋਂ ਬਾਅਦ ਉਹਨੇ ਫਿਰ ਜੋ ਬਣਨਾ ਉਹਦਾ ਕਿਰਦਾਰ ਉਹ ਬਾਅਦ 'ਚ ਸਾਹਮਣੇ ਆਉਣਾ। ਸੋ ਉਹਨੇ ਹਰ ਸਾਡੇ ਮੂੰਹੋਂ ਨਿਕਲੀ ਮੰਦੀ ਸ਼ਬਦਾਵਲੀ, ਹਰ ਉਹ ਸ਼ਬਦ ਕਿ ਜਿਵੇਂ ਅਸੀਂ ਉਹ ਕੀ ਫ਼ਰਕ ਪੈਂਦਾ, ਇੰਨੇ ਕਿਸੇ ਨੂੰ ਧੋਖਾ ਦੇ ਵੀ ਦਿਆਂਗੇ ਤਾਂ ਕੀ ਹੈ ਵਰਗੀ ਗੱਲ ਸ਼ਾਇਦ ਅਸੀਂ ਕੈਜੂਅਲੀ ਕਰਕੇ ਲੰਘ ਜਾਈਏ, ਜਾਂ ਅੱਜ ਪਤਾ ਉਹਨੂੰ ਪਤਾ ਹੀ ਨਹੀਂ ਲੱਗਿਆ ਮੈਂ 50 ਦਾ ਟੁੱਟਿਆ ਫਟਿਆ ਨੋਟ ਜਿਹੜਾ ਚਲਾਤਾ, ਯਾਨੀ ਇਹ ਗੱਲ ਸ਼ਾਇਦ ਤੁਹਾਡੇ ਮੇਰੇ ਲਈ ਓਨੀ ਨਾ ਕਰਦੀ ਹੋਵੇ ਅਸਰ, ਪਰ ਉਹ ਬੱਚੇ ਦੇ ਮਨ ਵਿੱਚ ਜੋ ਕਿ ਅਜੇ ਬਣ ਰਹੀ ਹਾਰਡ ਡਿਸਕ ਹੈ, ਉਹਨੇ ਹਰ ਗਾਲ ਕੱਢੀ, ਯਾਨੀ ਜੋ ਵੀ ਤੁਸੀਂ ਬੋਲਿਆ, ਜੋ ਗੁੱਸੇ ਵਿੱਚ ਆਪੋ ਵਿੱਚ ਬੋਲਿਆ, ਤੇ ਜਿਸ ਤਰੀਕੇ ਦਾ ਤੁਸੀਂ ਲਾਊਡ ਮਿਊਜ਼ਿਕ ਲਾਇਆ, ਯਾਨੀ ਸ਼ੋਰ ਸ਼ਰਾਬਾ ਜੋ ਉਸ ਸਮੇਂ ਕੀਤਾ, ਉਹ ਸਿਰਫ ਸਾਈਲੈਂਟ ਇੱਕ ਜੋ ਬੈਠਾ ਹੈ ਉਹਨੇ ਸਾਰਾ ਕੁਝ ਸਮੋਣਾ ਹੈ। ਹੁਣ ਉਹਦੇ ਵਿੱਚ ਕਿੰਨੇ ਕੁ ਸਾਰਥਿਕ ਤਰੰਗਾਂ ਗਈਆਂ, ਕਿੰਨੀਆਂ ਕੁ ਉਹਨੂੰ ਡਿਸਟਰਬਿੰਗ ਤਰੰਗਾਂ ਗਈਆਂ ਕਿ ਇਹ ਵਿਚਲਿਤ ਹੋਇਆ, ਤੇ ਕਿਸ ਤਰੀਕੇ ਦਾ ਉਹਦੇ 'ਤੇ ਉਸ ਅਸਰ ਪਿਆ,
ਉਸੇ ਹਿਸਾਬ ਨਾਲ ਉਹਦੀ ਨੀਂਦਰ ਦਾ ਫਰਕ ਪੈਣਾ, ਉਸੇ ਹਿਸਾਬ ਨਾਲ ਉਹਦੀ ਪਰਸਨੈਲਿਟੀ ਡਿਵੈਲਪ ਹੋਣੀ ਹੈ, ਉਹਦੀ ਦਿਮਾਗ ਦਾ ਪੂਰਾ ਵਿਕਾਸ ਉਸੇ ਹਿਸਾਬ ਨਾਲ ਹੋਣਾ ਕਿ ਅੱਗੋਂ ਜਾ ਕੇ, ਯਾਨੀ ਜੋ ਉਹਨੇ ਅਸਲ ਲਫ਼ਜ਼ ਜੇ ਮੈਂ ਵਰਤਣੇ ਚਾਹਾਂ ਤਾਂ ਉਹ ਇੱਕ ਸ਼ੀਸ਼ਾ ਤਿਆਰ ਹੋ ਰਿਹਾ ਹੁੰਦਾ ਮਾਪਿਆਂ ਲਈ ਕਿ ਜੋ ਤੁਸੀਂ ਕੀਤਾ ਇਹ ਦੇਖੋ ਮੈਂ ਬਣ ਗਿਆ। ਉਦੋਂ ਆਪਾਂ ਕਹਿੰਦੇ ਹਾਂ ਜੀ ਪਤਾ ਨਹੀਂ ਕਿਉਂ ਇਹ ਇਸ ਤਰੀਕੇ ਦਾ ਹੋ ਗਿਆ, ਜ਼ਿੱਦੀ ਹੈ, ਅੜਬ ਹੈ, ਆਖੇ ਨਹੀਂ ਲੱਗਦਾ, ਰੋਟੀ ਵਗਾ ਕੇ ਸੁੱਟ ਰਿਹਾ। ਯਾਨੀ ਜੋ ਅਸੀਂ ਉਹਦੀਆਂ ਚੀਜ਼ਾਂ ਉਦੋਂ ਦੇਖ ਰਹੇ ਹੁੰਦੇ ਹਾਂ ਅਸੀਂ ਉਹਦੇ ਦਿਮਾਗ 'ਚ ਛਾਪੀਆਂ ਨੇ। ਸੋ ਉਹ ਹੁੰਦਾ ਜੇ ਪਹਿਲਾ ਪੜਾਅ ਜਿੱਥੇ ਬੱਚਾ ਤਣਾਅ ਸਹੇੜਦਾ ਜੀ ਕਿ ਆਲੇ ਦੁਆਲੇ ਬਹੁਤ ਕੁਛ ਤੜਕਾ ਭੜਕਾ ਹੋ ਰਿਹਾ, ਕੁਛ ਠੀਕ ਨਹੀਂ ਹੈ। ਸੋ ਤੁਸੀਂ ਦੇਖੋਗੇ ਕਿ ਉਹ ਰੋਂਦੂ, ਚਿੜਚਿੜਾ, ਦੁੱਧ ਛੱਡ ਦੇਣਾ, ਸਿਰ ਮਾਰਨ ਲੱਗ ਜਾਣਾ, ਬਹੁਤ ਸਾਰੀਆਂ ਉਹਦੀਆਂ ਚੀਜ਼ਾਂ ਨੇ ਜੋ ਉਹਦੇ ਬਿਹੇਵੀਅਰਲ ਚੇਂਜਸ ਤੁਹਾਨੂੰ ਦਿਖਦੀਆਂ ਨੇ, ਜੋ ਅੱਗੋਂ ਜਦੋਂ ਉਹਨੂੰ ਸਮਝ ਆਉਂਦੀ ਜੇ ਕਿ ਮੈਂ ਕੋਈ ਸ਼ੈ ਹਾਂ ਜਾਂ ਮੈਂ ਮਾਂ ਪਿਓ ਦੇ ਹੱਥ ਤੋਂ ਵੱਖ ਵੀ ਤੁਰ ਸਕਦਾ, ਤਾਂ ਉਦੋਂ ਉਹਨੂੰ ਸਮਝ ਆਉਂਦੀ ਜੇ ਕਿ ਅੱਛਾ ਹੁਣ ਮੈਂ 2 ਸਾਲ ਦਾ ਹੋ ਗਿਆ, ਮੈਂ ਹੁਣ ਆਪਣੇ ਸਟੈਪਸ ਆਪ ਲੈ ਸਕਦਾ, ਤਾਂ ਹੁਣ ਮੈਂ ਪੂਰੀ ਜ਼ਿੱਦ ਦਿਖਾ ਸਕਦਾ, ਮੈਂ ਬਰਤਨ ਵੀ ਸੁੱਟ ਸਕਦਾ, ਜ਼ਮੀਨ 'ਤੇ ਸਿਰ ਵੀ ਮਾਰ ਸਕਦਾ, ਅਤੇ ਮੈਨੂੰ ਪਤਾ ਹੈ ਕਿ ਮੈਂ ਤੁਰਾਂ, ਸੈਂਟਰ ਆਫ ਅਟਰੈਕਸ਼ਨ ਆ, ਅਤੇ ਇਹ ਹੁਣ ਸਾਰਾ ਕੰਮ ਛੱਡ ਕੇ ਮੇਰੇ ਆਲੇ ਦੁਆਲੇ ਹੋਣਗੇ। ਉਹ ਹੁੰਦਾ ਜੇ ਅਸਲ ਮੂਵਮੈਂਟ ਜਦੋਂ ਅਸੀਂ ਉਹਦੀ ਪਰਸਨੈਲਿਟੀ ਨੂੰ ਸ਼ੇਪ ਦੇਣੀ ਹੈ ਕਿ ਤੂੰ ਸਟ੍ਰੈਸ ਲੈਣ ਵਾਲਾ ਬਣਨਾ, ਤਣਾਅ ਸਹੇੜਨ ਵਾਲਾ ਕਿ ਤਣਾਅ ਦੇਣ ਵਾਲਾ, ਕਿ ਇੱਕ ਮਿੱਠੀ ਅਤੇ ਨਿੱਘੀ ਪਰਸਨੈਲਿਟੀ ਤੂੰ ਤਿਆਰ ਹੋਣੀ ਹੈ। ਸੋ ਉਹ ਸਮਾਂ ਜੇ ਜਦੋਂ ਅਸਲ ਮਾਪਿਆਂ ਨੇ ਦੇਖਣਾ ਕਿ ਬੱਚਾ ਭਾਂਡੇ ਸੁੱਟ ਰਿਹਾ, ਚੀਜ਼ਾਂ ਤੋੜ ਰਿਹਾ। ਅਕਸਰ ਇਹ ਦੇਖਣ ਦੇ ਵਿੱਚ ਆਉਂਦਾ ਹੈ ਕਿ ਬੱਚੇ ਇੱਦਾਂ ਦਾ ਸੁਭਾਅ ਜਿਹੜਾ ਬੱਚਿਆਂ ਦਾ ਹੋ ਜਾਂਦਾ, ਬਹੁਤ ਜਿੱਦੀ ਹੋ ਜਾਂਦੇ ਨੇ ਕਿ ਜਿਹੜੀ ਚੀਜ਼ ਹੱਥ ਦੇ ਵਿੱਚ ਆਉਂਦੀ ਹੈ ਉਹ ਸੁੱਟਦੇ ਨੇ, ਸਿਰ ਮਾਰਦੇ ਨੇ ਆਪਣਾ, ਸਭ ਕੁਝ ਇਹੀ ਹੁੰਦਾ। ਪਰ ਐਸੀ ਜਿਹੜੀ ਪਰਿਸਥਿਤੀ ਆਉਂਦੀ ਹੈ ਜਿਹੜੀ ਤਣਾਅ ਕਰਕੇ ਪਨਪੀ ਹੁੰਦੀ ਹੈ, ਉਹ ਕਿੱਦਾਂ ਮਤਲਬ ਮਾਪੇ ਉਸ ਵੇਲੇ ਬੱਚੇ ਨੂੰ ਸੰਭਾਲ ਸਕਦੇ ਨੇ? ਦੇਖੋ ਬਹੁਤ ਮੁਸ਼ਕਿਲ ਹੁੰਦਾ ਜੇ, ਕਿਉਂਕਿ ਇਹ ਉਹਨਾਂ ਦੀ ਹੀ ਮੈਂ ਤੁਹਾਨੂੰ ਦੱਸਿਆ ਤਸਵੀਰ ਦਿਖਾ ਰਿਹਾ ਹੁੰਦਾ ਜੋ ਮਾਪਿਆਂ ਨੂੰ ਸ਼ਾਇਦ ਅੰਦਾਜ਼ਾ ਨਹੀਂ ਹੁੰਦਾ ਕਿ ਅਸੀਂ ਹੀ ਇਸ ਤਰੀਕੇ ਬੋਲੇ ਸਾਂ ਜਾਂ ਲੜਾਈ ਝਗੜਾ ਸਾਡਾ ਹੋਇਆ ਸੀ। ਉਹ ਤਾਂ ਚਲੋ 5-6 ਦਾ ਹੋਇਆ, ਫਿਰ ਤੁਸੀਂ ਆਪਸ 'ਚ ਮਿਲ ਗਏ, ਪਰ ਉਸ ਬੱਚੇ ਲਈ ਸਦੀਵੀ ਅਸਰ ਹੋ ਗਿਆ ਜਿਹਦੇ ਅੰਦਰ ਛਪ ਗਿਆ। ਸੋ ਉਹ ਹੁਣ ਇਹਦਾ ਮਤਲਬ ਹੈ ਜੋ ਅਹਿਮ ਚੀਜ਼ ਕਿ ਅਸੀਂ ਬੱਚੇ ਨੂੰ ਤਬਦੀਲ ਨਹੀਂ ਕਰਨਾ, ਅਸੀਂ ਆਪ ਤਬਦੀਲ ਹੋਣਾ। ਯਾਨੀ ਜੋ ਅਸੀਂ ਕਰ ਲਿਆ ਹੁਣ ਮਾੜਾ ਚੰਗਾ ਸਾਡੇ ਸਾਹਮਣੇ ਦਿਸਣ ਵੀ ਲੱਗ ਗਿਆ, ਪਰ ਹੁਣ ਅਸੀਂ ਕੀ ਇਹਨੂੰ ਤਬਦੀਲ ਕਰ ਸਕਦੇ ਹਾਂ? ਬਹੁਤ ਵੱਡਾ ਸਵਾਲ ਹੈ ਕਿ ਮਾਪੇ ਕੀ ਕਰਨ। ਬਿਲਕੁਲ ਕਰ ਸਕਦੇ ਹਾਂ। ਮੈਂ ਐਗਜ਼ਾਮਪਲ ਦਿੰਦੀ ਹਾਂ। ਹੁਣ ਤੁਸੀਂ ਜੇ ਫਰਜ਼ ਕਰੋ ਇੱਕ ਬੱਚਾ ਹੋ, ਤੁਸੀਂ ਇਹ ਚੁੱਕ ਕੇ ਮੇਰੇ ਸਾਹਮਣੇ ਉਹ ਫੁੱਲਦਾਨ ਸੁੱਟ ਦਿੱਤਾ ਜੀ ਜੀ, ਤਾਂ ਮੇਰੇ ਕੋਲ 2 ਤਰੀਕੇ ਨੇ ਰਿਐਕਟ ਕਰਨ ਦੇ। ਖਿੱਚੋ, ਥੱਪੜ ਮਾਰੋ, ਕਿਉਂ ਕੀਤਾ, ਜਾਂ ਤਾਂ ਇਹ ਕਰ ਲਓ, ਜਾਂ ਤੁਸੀਂ ਮੰਦੀ ਸ਼ਬਦਾਵਲੀ ਵੀ ਨਾਲ ਬੋਲ ਲਈ, ਸਭ ਕੁਛ ਬੋਲ ਲਿਆ। ਜਾਂ ਦੂਸਰਾ ਤਰੀਕਾ ਇਹ ਹੋ ਸਕਦਾ ਕਿ ਤੁਸੀਂ ਡਿੱਗਿਆ, ਤੁਹਾਡਾ ਫੇਸ 'ਤੇ ਰਿਐਕਸ਼ਨ ਕੀ ਸੀ, ਬੱਚਾ ਬਹੁਤ ਧਿਆਨ ਨਾਲ ਦੇਖੇਗਾ। ਸੋ ਉਹ ਦੇਖ ਰਿਹਾ, ਤਾਂ ਤੁਸੀਂ ਜੇ ਹਲਕਾ ਜਿਹਾ ਮੁਸਕਰਾਏ ਅਤੇ ਫਿਰ ਇਸ ਤਰ੍ਹਾਂ ਕਹੋ, ਮੈਨੂੰ ਲੱਗਦਾ ਹੈ ਬੇਟਾ ਇਹ ਨਾ ਹੁਣ ਸ਼ਾਇਦ ਜੁੜ ਨਾ ਸਕੇ ਓਨਾ ਖੂਬਸੂਰਤ, ਚੱਲ ਆਪਾਂ ਨਵਾਂ ਲੈ ਕੇ ਆਵਾਂਗੇ, ਇੱਦਾਂ ਕਰਾਂਗੇ, ਜੋ ਤੈਨੂੰ ਪਸੰਦ ਹੋਏਗਾ ਉਹ ਰੱਖਾਂਗੇ, ਇਹ ਤੈਨੂੰ ਪਸੰਦ ਨਹੀਂ ਆਇਆ ਹੋਣਾ, ਚੱਲ ਦੇਖੀਏ ਤਾਂ ਸਹੀ, ਫਿਰ ਵੀ ਜੁੜ ਸਕਦਾ, ਉਨਾ ਹੀ ਸੋਹਣਾ ਲੱਗੇਗਾ ਕਿ ਇਸ ਤਰ੍ਹਾਂ ਹੋ ਸਕਦਾ। ਯਾਨੀ ਉਹਨੂੰ ਅਹਿਸਾਸ ਦਿਵਾਉਣਾ ਕਿ ਇਹ ਚੀਜ਼ ਜੋ ਮੈਂ ਕਰ ਗਿਆ ਇਹ ਠੀਕ ਸੀ ਜਾਂ ਨਹੀਂ। ਬਿਲਕੁਲ ਇਸੇ ਹੀ ਤਰ੍ਹਾਂ ਤੁਸੀਂ ਜਦੋਂ ਅਗਲੀ ਉਮਰ ਵਿੱਚ ਆਉਣਾ, ਬਹੁਤ ਸੌਖਾ ਜੇ। ਇੱਕ ਹਸਬੈਂਡ ਅਤੇ ਵਾਈਫ ਦਾ ਜੋ ਉਹਨਾਂ ਹੀ ਸਮਿਆਂ 'ਚੋਂ ਲੰਘੇ ਹੋਏ, ਬਹੁਤ ਸਾਰੇ ਉਹਨਾਂ ਨੂੰ ਵੀ ਤਣਾਅ ਹੁੰਦੇ ਨੇ ਜੋ ਆਪੋ ਵਿੱਚ ਸੌਖਿਆਂ ਹੀ ਅਸੀਂ ਮਾੜੀ ਸ਼ਬਦਾਵਲੀ ਬੋਲ ਕੇ ਕੱਢ ਲੈਂਦੇ ਹਾਂ, ਗੁੱਸਾ ਕੱਢ ਲਿਆ, ਪਰ ਉਸ ਤੋਂ ਇਲਾਵਾ ਵੀ ਕੁਛ ਹੋਰ ਢੰਗ ਹੋ ਸਕਦਾ ਜਿਹੜਾ ਬੱਚੇ 'ਤੇ ਸੁਖਾਲਾ ਅਸਰ ਪਾਏਗਾ। ਉਹ ਵੀ ਇੰਝ ਹੋ ਸਕਦਾ ਵੀ ਅੱਜ ਤਾਂ ਬਹੁਤ ਔਖਾ ਸੀ, ਬਹੁਤ ਔਖਾ ਸਮਾਂ ਸੀ, ਤੁਹਾਡੇ ਨਾਲ ਵੀ ਇੱਦਾਂ ਹੋਇਆ, ਕਿਹਦੇ ਨਾਲ ਜ਼ਿਆਦਾ ਹੋਇਆ, ਅੱਛਾ ਚਲੋ ਬਰਾਬਰ ਹੀ ਸਹੀ, ਇਹ ਹੁਣ ਉੱਥੇ ਹੀ ਜਾ ਕੇ ਕੱਢਾਂਗੇ, ਆਪਾਂ ਇੱਥੇ ਕੋਈ ਨਵੀਂ ਗੱਲ ਕਰਦੇ ਹਾਂ। ਸੋ ਤੁਸੀਂ ਢੰਗ ਜਾਂ ਤਰੀਕਾ ਉਹਨੂੰ ਕਿਸ ਤਰੀਕੇ ਸੁਖਾਲਾ ਬਣਾਉਣਾ ਹੈ, ਜਾਂ ਤੁਹਾਨੂੰ ਜੇ ਦਿਸ ਗਿਆ ਕਿ ਮੈਂ ਘੱਟ ਤਣਾਅ 'ਚ, ਮੇਰਾ ਸਾਥੀ ਜ਼ਿਆਦਾ, ਤਾਂ ਤੁਸੀਂ ਉਹਦੀ ਪਸੰਦ ਦੀ ਚੀਜ਼ ਕਰ ਸਕਦੇ ਹੋ, ਜਾਂ ਤੁਸੀਂ ਜ਼ਿਆਦਾ ਤਣਾਅ 'ਚੋਂ ਤਾਂ ਫਿਰ ਸਾਥੀ ਦਾ ਕੰਮ ਹੈ ਕਿ ਉਹਦੀ ਮਨਪਸੰਦ ਕੋਈ ਚੀਜ਼ ਵੀ ਤੁਸੀਂ, ਕੋਈ ਗੀਤ, ਕੋਈ ਸੰਗੀਤ ਜਾਂ ਕੋਈ ਵੀ ਕਿਤਾਬ, ਬਹੁਤ ਚੀਜ਼ਾਂ ਨੇ ਜਿਨ੍ਹਾਂ ਵਿੱਚੋਂ ਇੱਕ ਅਹਿਮ ਚੀਜ਼ ਦੱਸਦੇ ਹਾਂ, ਹਾਲਾਂਕਿ ਔਖੀ ਜੇ, ਅਜ਼ਮਾਈ ਹੋਈ ਹੈ ਸਾਡੀ, ਜਿੰਨੇ ਕਹਿ ਲਓ ਕਿ ਸੰਤ ਜਾਂ ਪੀਰ ਜਾਂ ਫਕੀਰ ਪੁਰਾਣੇ ਸਮੇਂ ਤੋਂ, ਕਿ ਜਦੋਂ ਅੱਤ ਦਾ ਗੁੱਸਾ ਆਏ ਨਾ, ਕਹਿੰਦੇ ਨੇ ਮੁੱਠੀਆਂ ਪੀਚ ਲਓ, ਗੁਸਲਖਾਨੇ 'ਚ ਵੜ ਜਾਓ, ਦੱਬ ਕੇ ਜੋ ਤੁਸੀਂ ਗਾਲਾਂ ਕੱਢ ਸਕਦੇ ਹੋ ਕੱਢ ਲਓ,
ਤੇ ਫਿਰ ਜਦੋਂ ਲੱਗੇ ਵੀ ਹਾਂ ਸ਼ਾਂਤ ਹੋਇਆ ਕੁਛ, ਫਿਰ ਨਿਕਲ ਕੇ ਆ ਕੇ ਜੇ ਤੁਸੀਂ ਨਾਰਮਲ ਉਨੀ ਦੇਰ 'ਚ ਹੋ ਸਕਦੇ ਹੋ, ਨਿਕਲਣ ਤੋਂ ਪਹਿਲਾਂ ਥੋੜ੍ਹੇ ਥੋੜ੍ਹੇ ਲੰਬੇ ਸਾਹ ਖਿੱਚ ਕੇ 20 ਤੱਕ ਗਿਣਤੀ ਗਿਣ ਲਓ। ਇਹ ਅਜ਼ਮਾਈ ਹੋਈ ਚੀਜ਼ ਹੈ, ਮੈਂ ਬਤੌਰ ਡਾਕਟਰ ਦੱਸ ਰਹੀ ਹਾਂ ਤੁਹਾਨੂੰ। ਇੰਨਾ ਕੁ ਤੁਸੀਂ ਸਹਿਜ ਤੇ ਸ਼ਾਂਤ ਹੋ ਸਕਦੇ ਹੋ। ਜਾਂ ਜੇ ਤੁਹਾਨੂੰ ਕਿਸੇ ਹੀ ਕਿਸਮ ਦਾ, ਤੁਸੀਂ ਹੋ ਸਕਦਾ ਕਿਸੇ ਭਜਨ ਨੂੰ ਪਸੰਦ ਕਰਦੇ ਹੋ ਜੀ, ਤੁਸੀਂ ਹੋ ਸਕਦਾ ਕੋਈ ਕੀਰਤਨ ਦੇ ਕਿਸੇ ਚੀਜ਼ ਨੂੰ ਪਸੰਦ ਕਰਦੇ ਹੋਵੋ, ਕੋਈ ਹੋ ਸਕਦਾ ਕੋਈ ਆਇਤ ਪਸੰਦ ਕਿਸੇ ਨੂੰ ਹੋਏ। ਜੇ ਤੁਸੀਂ ਆਪਣੇ ਕੋਲ ਰੱਖੇ ਮੋਬਾਈਲ ਦੇ ਵਿੱਚ ਉਹ ਉਸ ਗੁੱਸੇ ਦੇ ਸਮੇਂ 'ਚ ਵੀ ਕਿਤੇ ਕਿਸੇ ਪਲ ਉਹਨੂੰ ਜੇ ਕਿਤੇ ਔਨ ਕਰ ਸਕਦੇ ਹੋਵੋ, ਤਾਂ ਤੁਸੀਂ ਹੋ ਸਕਦਾ 20 ਸਾਲ ਜ਼ਿੰਦਗੀ ਲੰਮੀ ਜੀ ਲਵੋ। ਕਿਉਂਕਿ ਤੁਹਾਡਾ ਸਡਨ ਜੋ ਸਟ੍ਰੈਸ ਹੁੰਦਾ, ਤੁਹਾਡੇ ਨਾੜੀਆਂ 'ਚ ਜੰਮਿਆ ਜੋ ਪਹਿਲਾਂ ਦਾ ਕੋਲੈਸਟਰੋਲ ਦੇ ਝੱਪੇ ਜੰਮੇ ਹੁੰਦੇ ਨੇ, ਉਹਨਾਂ 'ਚ ਤਰੇੜ ਆ ਜਾਂਦੀ ਹੈ। ਉਹ ਮੌਕਾ ਜੇ ਜਦੋਂ ਤੁਸੀਂ ਬਹੁਤ ਵਾਇਲੈਂਟ, ਬਹੁਤ ਗੁੱਸੇ 'ਚੋਂ, ਬਹੁਤ ਐਕਸਟ੍ਰੀਮ ਸਟ੍ਰੈਸ ਹੈ, ਤਾਂ ਤੁਸੀਂ ਉਹ ਜਦੋਂ ਝੱਪਾ ਟੁੱਟਦਾ ਜੇ, ਉਹੀ ਜੇ ਜਿਹਨੇ ਅਲਟੀਮੇਟਲੀ ਤੁਹਾਡਾ ਰੋਕਾ ਪਾਉਣਾ, ਜਿਹਨੇ ਤੁਹਾਨੂੰ ਮਾਰ ਮੁਕਾਉਣਾ। ਸੋ ਜੇ ਉਹ ਸਮਾਂ ਨਾ ਸਿਰਫ ਦੂਜਿਆਂ 'ਤੇ ਤੁਸੀਂ ਗੁੱਸਾ ਕੱਢਣਾ, ਗੰਦਗੀ ਮੂੰਹੋਂ ਵੀ ਕੱਢਣੀ ਹੈ, ਬਲਕਿ ਆਪਣੀ ਜ਼ਿੰਦਗੀ ਲੰਬੀ ਕਰਨ ਲਈ ਤੁਹਾਨੂੰ ਇਹ ਕਰਨਾ ਪੈਣਾ। ਐਸੀ ਗੱਲਾਂ ਤੁਹਾਡੇ ਤੋਂ ਅਸੀਂ ਸਿੱਖ ਰਹੇ ਹਾਂ ਤੇ ਵਾਕਈ ਇਹ ਗੱਲਾਂ ਜਿਹੜੀਆਂ ਹੈ ਬਹੁਤ ਧਿਆਨ ਦੇ ਨਾਲ ਸੋਚਣ ਵਾਲੀਆਂ ਨੇ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ 1 ਸਾਲ ਤੇ ਇੱਕ ਦੇ ਬੱਚੇ ਦੀ ਅਸੀਂ ਗੱਲ ਕੀਤੀ, ਜੋ ਉਹਨਾਂ ਦਾ ਸੁਭਾਅ ਹੋ ਜਾਂਦਾ ਉਸ ਬਾਰੇ ਤੁਸੀਂ ਦੱਸਿਆ। ਤੇ ਜੇ ਅੱਗੇ ਵਧੀਏ 1 ਤੋਂ ਲੈ ਕੇ 5 ਸਾਲ ਦਾ ਜਿਹੜਾ ਬੱਚਾ ਹੈ, ਇਹ ਉਹ ਉਮਰ ਹੈ ਜਦੋਂ ਬੱਚੇ ਨੇ ਬਹੁਤ ਕੁਝ ਸਿੱਖਣਾ ਵੀ ਹੈ। ਹੁਣ ਉਸਦਾ ਉਹ ਟਾਈਮ ਵੀ ਆ ਗਿਆ ਜਦੋਂ ਉਹਨੇ ਸਕੂਲ ਵੀ ਜਾਣਾ, ਬਿਲਕੁਲ। ਤੇ ਇਸ ਵੇਲੇ ਬੱਚਿਆਂ ਨੂੰ ਕੈਸਾ ਤਣਾਅ ਹੋ ਜਾਂਦਾ ਤੇ ਕਿਸ ਤਰ੍ਹਾਂ ਸੰਭਾਲਣਾ ਚਾਹੀਦਾ? ਦੇਖੋ ਤੁਸੀਂ ਸਕੂਲ 'ਚ ਜਦੋਂ ਜਾਓ ਨਾ, ਤੇ ਬਹੁਤ ਸਾਰੇ ਤੁਸੀਂ ਬੱਚੇ ਹੋਰ ਵੀ ਦੇਖਦੇ ਹੋ ਜਦੋਂ ਇਸ ਏਜ ਵਿੱਚ ਜਾਂਦੇ ਨੇ, ਤੇ ਬੜੀ ਇੰਟਰਸਟਿੰਗ ਚੀਜ਼ ਹੈ। ਤੁਹਾਨੂੰ ਟੀਚਰ ਵੀ ਦੱਸਣਗੇ ਕਿ ਇਹ ਤਾਂ ਰੋਂਦਾ ਚੀਕਦਾ ਸਾਰਾ ਮਸਾਂ ਹੀ ਟਾਈਮ ਕੱਢਦਾ, ਤੇ ਇਹ ਬੱਚਾ ਸ਼ਾਂਤ ਸੁਭਾਅ ਨਾਲ ਦੇਖੋ ਆਰਾਮ ਨਾਲ ਖੇਡ ਰਿਹਾ, ਇਹਨੂੰ ਕੋਈ ਫਿਕਰ ਫਾਕਾ ਨਹੀਂ ਹੈ। ਸੋ ਕੁਛ ਹੋਣਗੇ ਜਿਹੜੇ ਬੜੇ, ਜਿਨ੍ਹਾਂ ਨੂੰ ਅਸੀਂ ਚਰਪੀ ਕਿਡਸ ਵੀ, ਤੇਰਾ ਕੀ ਹੈ, ਤੇਰਾ ਕੀ ਪਾਇਆ ਹੋਇਆ, ਤੂੰ ਕੀ ਲੱਗਿਆ, ਇੱਕ ਦੂਜੇ ਦੀ ਚੀਜ਼ ਦੇਖਣੀ। ਯਾਨੀ ਇਹ ਹੁੰਦੇ ਜੇ ਜੋ ਤੁਹਾਨੂੰ ਅਲੱਗ-ਅਲੱਗ ਤੁਹਾਨੂੰ ਦੇਖਣ ਦੇ ਕਿਰਦਾਰ ਨਜ਼ਰ ਆਉਂਦੇ ਨੇ ਇੱਕੋ ਹੀ ਕਲਾਸ ਦੇ ਵਿੱਚ। ਹੁਣ ਉਹਨਾਂ ਵਿੱਚੋਂ ਕੋਈ ਹੋਏਗਾ ਜਿਹੜਾ ਸਿਰਫ ਹੀ ਦੂਜੇ ਦੀ ਗੁੱਤ ਪੁੱਟਣੀ ਹੈ, ਜਾਂ ਕੋਈ ਹੋਵੇਗਾ ਜਿਹਨੇ ਕਿਤਾਬ ਖੋਲ੍ਹ ਕੇ ਆਪਣੀ ਸ਼ੁਰੂ ਕਰ ਦੇਣੀ। ਇਹ ਚੀਜ਼ ਜਿਹੜੀ ਮੈਂ ਤੈਨੂੰ ਕਹਿ ਰਹੀ ਸਾਂ ਕਿ ਸ਼ੁਰੂ ਤੋਂ ਉਹਦੀ ਬੁਨਿਆਦ ਕਿਸ ਤਰੀਕੇ ਦੀ ਧਰੀ ਗਈ, ਉਹ ਬੱਚਾ ਬਣਨਾ ਜੇ। ਸੋ ਜਿਹੜੇ ਬਹੁਤ ਰੋਂਦੂ ਚਿੜਚਿੜੇ ਉਹ ਹੋਣਗੇ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਹੀ ਆਪਣੀ ਗੋਦ ਵਿੱਚ ਰੱਖਣਾ ਜਾਂ ਉਹਨੂੰ ਪਰੇ ਨਾ ਕਰ ਸਕਣਾ, ਉਹ ਇੱਕ ਅਹਿਮ ਗੱਲ ਜੇ। ਜਿੱਥੇ ਮੈਂ ਤੁਹਾਨੂੰ, ਸ਼ਾਇਦ ਤੁਹਾਨੂੰ ਅਜੀਬ ਲੱਗੇ ਜਾਂ ਸੁਣਨ ਵਾਲੇ ਸਾਲਿਆਂ ਨੂੰ, ਪਰ ਇਹ ਜਿਹੜੀ ਗੱਲ ਕਿ ਅਸੀਂ ਬੱਚੇ ਨੂੰ ਸਟ੍ਰੈਸ ਦੇਣਾ ਹੈ ਕਿ ਤੂੰ ਜ਼ਿੰਦਗੀ ਨੂੰ ਹੁਣ ਕਿਵੇਂ ਜੀਣਾ, ਤੂੰ ਪਹਿਲਾ ਸਟੈਪ ਕਿਵੇਂ ਲੈਣਾ, ਤੂੰ ਕਿਸ ਤਰੀਕੇ ਨਵੀਂ ਚੀਜ਼ ਘੋਖਣੀ ਹੈ, ਤੇਰਾ ਆਪਣਾ ਕਿਰਦਾਰ ਕੀ ਹੈ, ਤੂੰ ਹੋਂਦ ਆਪਣੀ ਕਿਵੇਂ ਦਰਸਾਉਣੀ ਹੈ। ਹੁਣ ਇਹ ਚੀਜ਼ ਵਾਸਤੇ ਅਸੀਂ ਉਹਨੂੰ ਕਹਿਣਾ ਹੁੰਦਾ ਵੀ ਤੂੰ ਹੁਣ ਪਰੇ ਚੱਲ, ਤੂੰ ਆਪਣਾ ਕੰਮ ਆਪ ਕਰ। ਜਿੱਥੇ ਵਤਨਾਂ ਹੋਰਨਾਂ 'ਚ ਅਸੀਂ ਦੂਜੇ ਵਤਨਾਂ 'ਚ ਜਾਈਏ, ਉੱਥੇ ਅਲੱਗ ਉਹਨਾਂ ਦੇ ਜੰਮਦੇ ਸਾਰ ਅਲੱਗ ਮੰਜੇ ਬਿਸਤਰੇ ਸਭ ਅਲੱਗ ਹੋ ਜਾਂਦੇ ਨੇ, ਕਮਰੇ ਵੀ। ਉੱਥੇ ਹੁਣ ਤੱਕ ਜੋ ਅਸੀਂ ਗੋਦ ਵਿੱਚ ਚੁੱਕਣਾ ਤੇ ਉਹਨੂੰ ਬਚਾ ਕੇ ਹਰ ਸੱਟ ਫੇਟ ਤੋਂ ਰੱਖਣਾ। ਹੁਣ ਸਮਾਂ ਹੁੰਦਾ ਹੈ ਕਾਕਾ ਸੱਟ ਹੀ ਵੱਜੀ ਹੈ, ਕੋਈ ਨਾ, ਪੂੰਝ ਲੈ, ਝਰੀਟ ਹੀ ਆਈ ਹੈ, ਕੋਈ ਗੱਲ ਨਹੀਂ। ਸੋ ਇਹ ਤੁਸੀਂ ਉਹਨੂੰ ਸਟਰੈਂਥ ਕਿਵੇਂ ਦੇਣੀ ਹੈ ਬੱਚੇ ਨੂੰ ਕਿ ਉਹਦੇ ਲਈ ਆ ਵੀ ਸਟਰੈਸ ਹੈ, ਮੇਰੇ ਖੂਨ ਵਗ ਗਿਆ ਮੰਮਾ, ਮੈਨੂੰ ਚੁੱਕੋ ਨਾ, ਤਾਂ ਤੁਸੀਂ ਉਹਨੂੰ ਕੋਈ ਗੱਲ ਹੀ ਨਹੀਂ ਬੱਚੇ, ਪਰਵਾਹ ਨਾ ਕਰ, ਪੂੰਝ। ਇਹ ਹੁਣ ਬੱਚਾ ਕਿਸ ਤਰੀਕੇ ਦਾ ਬਣੇਗਾ। ਤੇ ਜਿਹਨੂੰ ਪਤਾ ਹੈ ਵੀ ਮੇਰੇ 6 ਵਜੇ ਤੇ ਕੋਰਾਮ ਮੱਚ ਜਾਣਾ ਘਰ 'ਚ, ਉਹ ਸਾਰੇ ਦੌੜੇ ਆਣਗੇ, ਕੋਈ ਦਵਾਈ ਲਿਆ ਰਿਹਾ, ਕੋਈ ਪੱਟੀ ਲਿਆ ਰਿਹਾ, ਉਹ ਬੱਚਾ ਤਣਾਅ ਸੌਖਾ ਸਹਾਰ ਨਹੀਂ ਸਕਦਾ। ਜੀ ਬਿਲਕੁਲ, ਤੁਸੀਂ ਠੀਕ ਕਹਿ ਰਹੇ ਹੋ। ਆਪਣੀ ਗੱਲਬਾਤ ਇਸੇ ਤਰ੍ਹਾਂ ਕਰਦੇ ਰਵਾਂਗੇ, ਬਹੁਤ ਸਾਰੀਆਂ ਗੱਲਾਂ ਤੁਹਾਡੇ ਤੋਂ ਪੁੱਛ ਰਹੇ ਹਾਂ, ਤੁਹਾਡੇ ਤੋਂ ਜਾਣ ਰਹੇ ਹਾਂ। ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ। ਇਹ ਗੀਤ ਸਾਡਾ ਬਿਲਕੁਲ ਤਿਆਰ ਹੈ, ਦੇਖਦੇ ਤੇ ਸੁਣਦੇ ਇਹ ਗੀਤ। ਜੇ ਕਿਧਰੇ ਰੱਬ ਸਬੱਬੀ ਸਾਡੇ ਪਿੰਡ ਗੇੜਾ ਵੱਜੇ, ਬਿਲਕੁਲ ਹੀ ਮੇਨ ਸੜਕ ਤੇ ਥੋੜਾ ਜਿਹਾ ਹੋ ਕੇ ਸੱਜੇ। ਜੇ ਕਿਧਰੇ ਰੱਬ ਸਬੱਬੀ ਸਾਡੇ ਪਿੰਡ ਗੇੜਾ ਵੱਜੇ, ਬਿਲਕੁਲ ਹੀ ਮੇਨ ਸੜਕ ਤੇ ਥੋੜਾ ਜਿਹਾ ਹੋ ਕੇ ਸੱਜੇ। ਪਹਿਲਾਂ ਹੀ ਮੋੜ ਮੁੜਦਿਆਂ ਦੂਰੋਂ ਦਿਸ ਪੈਂਦੀ ਓ ਬਾਬੇ, ਕਿਸ਼ਨੇ ਦੀ ਬੈਠਕ ਬਾਬੇ, ਕਿਸ਼ਨੇ ਦੀ ਬੈਠਕ ਅੱਜ ਕੱਲ ਚਰਚਾ ਵਿੱਚ ਰਹਿੰਦੀ ਓ ਬਾਬੇ, ਕਿਸ਼ਨੇ ਦੀ ਬੈਠਕ ਬਾਬੇ, ਕਿਸ਼ਨੇ ਦੀ
ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। ਡਾਕਟਰ ਹਰਸ਼ਿੰਦਰ ਕੌਰ ਜੀ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ। ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ, ਪ੍ਰੋਫੈਸਰ ਨੇ ਮੈਡੀਕਲ ਕਾਲਜ ਪਟਿਆਲਾ ਦੇ। ਲਗਾਤਾਰ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਡਾਕਟਰ ਸਾਹਿਬ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਤੇ ਹੁਣ ਤੁਹਾਡੇ ਤੋਂ ਜਾਣਦੇ ਹਾਂ ਕਿ 5 ਸਾਲ ਤੋਂ ਲੈ ਕੇ 12 ਸਾਲ ਤੱਕ ਦਾ ਜਿਹੜਾ ਬੱਚਾ ਹੈ ਉਸ ਨੂੰ ਕਿਉਂ ਤਣਾਅ ਹੋ ਜਾਂਦਾ ਹੈ, ਕੀ ਉਸ ਦੇ ਕਾਰਨ ਨੇ ਤੇ ਕਿਸ ਤਰ੍ਹਾਂ ਉਹ ਤਣਾਅ ਤੋਂ ਬਚ ਸਕਦਾ ਹੈ। हाँ जी बिल्कुल, मेरा ख्याल है कि सब तो अहम ये पीरीयड है जितों असी कह सकते हैं कि किसी भी मुल्क लई कोई आने वाली जिवें असी कह दिंदे कि नैक्सट जनरेशन जिहड़ी आनी है वो किस तरीके दी बननी है, ये इसे दे उत्ते ओहदी नींह धरी जाती है जी। सो इन्हां दे विच तनाव होना कुछ कुछ तो ज़रूरी है कि उन्होंने असी मैं अगांह बढ़ना की है, मैं की कुछ अचीव करना चाहना, की मेरे मापियां ने कीता, उहदे कोल कंपैरिजन लई दुनिया खुली है। क्योंकि अजकल जिस तरीके का आपां देखते हैं कि साडे कोल नैट है, वो बच्चे उहदे नाल काफ़ी वाबस्ता ने। सो वो उस वेले समझ सकते हैं कोई किस चोटी ते पहुंचा, किवें पहुंचा। सो ये टाइम हुंदा जे जिथे असीं उन्हां नूं दसना हुंदा है कि बच्चे की मेहनत हुंदी है जी। या किस तरीके तुसीं गलत राह जाना है या सही राह जाना है, ये उन्हों दसण दा ढंग है ताकि वो घट स्ट्रैस लवे। हुण स्ट्रैस किस किस चीज़ दे हो सकते हैं कि वो बच्चा हुण कंपैरिजन विच आ चुका कि मेरी एक होर फ्रेंड दे कोल वड्डी कार है, मेरी एक होर फ्रेंड दे बापे ज़्यादा कमाउंदे ने। यानी ये कंपैरिजन हुंदा जे तुसीं आम बच्चे तुसीं देखदे हो मापिआं नूं कह दिंदे ने तुसीं की कर लिया ये बन के, तुसीं तां वो चीज़ कर ही नहीं सके, वो देखो उन्हां दा बिजनेस किन्ना चंगा है, तुसीं डॉक्टर बन के की कर लिया। यानी ये चीज़ां सुनन नूं आम मिलदियां। सो ये स्ट्रैस हुंदा जे पहलां तां कंपैरिजन दा कि मैं उस तों पिछे रह गया, इनू डील कर किवें करना आपां गल करदे हां। दूजा एक अहम स्ट्रैस खास तौर ते बेटियां लई जिन्हां नूं क्योंकि अगे हुंदा सी 12-13 वरियां ते जाके आनी, वो माहवारी जिवें उन्हां नूं थोड़ी छेती आनी शुरू हो गई जो कि 8, 8:30, 9 ते ही शुरू हो चुकी है। सो वो एक वखरा स्ट्रैस हुंदा ते कई बार इन्ना तगड़ा हो जाता है कि वो बेटियां दा ना तां लभ्या ही जाता है स्ट्रैस है तो वो लंबे समय तक तुरदा, कई बार पढ़ाई तो पछड़ जांदियां ने, स्कूल तक उन्हां दे छुट जाते हैं। सो ये अहम एक कारण है जिथे माँ का खास तौर पर बहुत वड्डा रोल है जी कि उन्होंने सरीरक साफ सफाई बारे दसना, उहदी बनतर बारे बेटी नूं समझाउणा ते फिर उन्होंने उहदे पॉजिटिव तरीके दसने। देखना बेटा कि जदों भी एक बेटी तो माँ तैयार होनी हुंदी है वो कदे भी प्यो बन ही नहीं सकता। सो एक बेटी ने किवें जमना हुंदा है या एक बेटे ने किवें पैदा होना वर्गी थोड़ी थोड़ी चीज़ माँ नूं समझाउणी ज़रूरी है, जिथे उन्होंने दसना कि किवें साफ सफाई रखनी है, बीमारियां तो किवें बचना हुंदा है। ये चीज़ां दी जदों असीं ट्रेनिंग दे दिंदे हां बेटी नूं तां वो सौखियां इहो जिहा स्ट्रैस जर जांदी है जी। हुण इसी तरह जे लड़के दी गल करोगे तां वो तब्दीली वल नूं तुरिया हुंदा है जिथे उन्होंने पहला स्ट्रैस सेम क्योंकि उन्होंने हुंदा ये दस दिता गया हुंदा मेरा सारा कारोबार तेरे सिर ते है। हुण वो बच्चे ने अपने आप नूं प्रूव करना है कि मैं जी प्यो दे बूटां 'च अपने पैर पाने ने दा मतलब है या उन्होंने असी जो नॉर्मल लैंगुएज कहने भी या तो तू भठूरियां दी रेहड़ी लाएगा, असी पंजाबी करदे ही इंज ते या तू ये बनेगा। सो उहदे कोल इन्ना क स्ट्रैस है भी मैं भठूरियां दी नहीं रेहड़ी लानी, मैं यही करना है तो मैं इन्ना पढ़ना है तो मैं इंज करना है। यानी वो असी तनाव देने आ जी कि तू अचीव ये करना है तो तू इन्ना ही जोर लाना है। तो कुछ बच्चे हो सकते ने बहुत खूबसूरत पेंटर बनन, बहुत खूबसूरत बंसरी वजा सकते होण ते असी उन्होंने जोर जबरदस्ती तू बनना ही डॉक्टर या इंजीनियर है, खबरदार जे इधर तुरिया। ये इन्ना क जबरदस्त स्ट्रैस असी बच्चे ते पाने आ कि उहदा शौक उहदे तो खो लेना। जिंदगी तो इक्को ही है ते मापियां दे हिसाब नाल उहने तुरना है दा मतलब है कि वो बच्चा ना तो पढ़ाई शौक नाल करेगा, ना दोस्तां नाल उन्ना वधिया रहेगा। एंड ए मेन एरिया जिथे ड्रग्स फिर एंटर करदियां ने, बिल्कुल। यानी जिथे बच्चे नूं कोई देख लवे कि सौखा शिकार बनन वाला है, तनाव अधीन है, खुश नहीं है, उन्ना नहीं सारियां नाल रच मिच रिहा। सो इत्थे फिर वो असल च गड़बड़ी शुरू हुंदी है कि उस बच्चे ने विगाड़ वाले राह फड़ना है या सही राह फड़ना है। तो ये बहुत स्ट्रैसफुल टाइम जे जिहड़ा तुसी एज पुछी जे। फिर ये एक खास तौर पर प्री टीन जिहड़ी एज आंदी जे, ये हुण बेटियां छेती भरमाइयां भी जांदियां ने। मिसाल वजों कि इन्ना खूबसूरत दिसना, ये तेरे शरीर का नाप होना चाहिए,
ਇਸ ਤਰੀਕੇ ਤੂੰ ਮੁਸਕਰਾ ਸਕਦੀ ਹੈ, ਇਸ ਤਰੀਕੇ ਤੂੰ ਬੈਠਣਾ ਹੈ, ਇੰਨਾ ਸਿਰ ਟਕਣਾ ਹੈ। ਯਾਨੀ ਉਹ ਇੰਨੀਆਂ ਕੁ ਰਿਸਟ੍ਰਿਕਸ਼ਨਸ ਅਸੀਂ ਬੇਟੀਆਂ 'ਤੇ ਲਾ ਦਿੰਦੇ ਹਾਂ ਕਿ ਉਹ ਬੇਟੀ ਤਾਂ ਸਿਰਫ ਇੱਕ ਸਟ੍ਰੈਸ ਦੇ ਅਧੀਨ ਹੀ ਜੀਂਦੀ ਹੈ ਕਿ ਮੈਂ ਜਨਮ ਹੀ ਕਿਉਂ ਲੈ ਲਿਆ, ਮੈਂ ਬੇਟੀ ਹੋਈ ਕਿਉਂ ਬਣੀ, ਇੰਨਾ ਤਣਾਅ। ਯਾਨੀ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਉਹੀ ਚੀਜ਼ ਨੂੰ ਸੌਖੇ ਤਰੀਕੇ ਵੀ ਬੇਟੀਆਂ ਨੂੰ ਸਮਝਾ ਸਕਦੇ ਹਾਂ, ਜਿਹਦੇ 'ਚ ਟਾਂਗੇ ਵੀ ਹੋ ਸਕਦਾ ਵੀ ਇੱਕ ਤਾਂ ਜਿਵੇਂ ਕਿਹਾ ਖਬਰਦਾਰ ਸਿਰ ਤੋਂ ਚੁੰਨੀ ਉਤਰੀ, ਖਬਰਦਾਰ ਇਹ ਕੀਤਾ, ਜਾਂ ਕਹਿਣਾ ਕਿੰਨੀ ਖੂਬਸੂਰਤ ਲੱਗਦੀ ਹੈ ਜਦੋਂ ਤੇਰੇ ਸਿਰ 'ਤੇ ਅੱਧੀ ਕੁ ਚੁੰਨੀ ਹੁੰਦੀ ਹੈ, ਜਾਂ ਕਿਉਂ ਚੁੰਨੀ ਕਿਉਂ ਹੀ ਰੱਖਣੀ ਹੈ। ਜਾਂ ਬੇਟੀ ਨੂੰ ਕਹੋ ਕਿ ਬੇਟਾ ਉਹਦਾ ਰੰਗ ਗੋਰਾ ਹੋਏਗਾ ਪਰ ਤੈਨੂੰ ਪਤਾ ਕਿ ਕਾਲਾ ਰੰਗ ਕਿੰਨਾ ਖੂਬਸੂਰਤ ਹੁੰਦਾ। ਯਾਨੀ ਪੰਜਾਬੀ ਤਾਂ ਅਸੀਂ ਕਹਿੰਦੇ ਹੀ ਹਾਂ ਕਾਲਾ ਸ਼ਾਹ ਕਾਲਾ, ਮੇਰਾ ਕਾਲਾ ਹੀ ਸਰਦਾਰ, ਗੋਰਿਆਂ ਨੂੰ ਦਫਾ ਕਰੋ। ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬੇਟੀ ਨੂੰ ਉਸ ਜ਼ਿੰਦਗੀ 'ਚ ਅਗਾਂਹ ਤੁਰਨ ਲਈ ਸੁਖਾਲਾ ਰਾਹ ਜੋ ਸਿਖਾਉਂਦੇ ਹਾਂ ਉਹ ਤਣਾਅ ਤੋਂ ਦੂਰ ਲਿਜਾਂਦਾ। ਉਹਨੂੰ ਆਪਣੇ ਆਪ 'ਤੇ ਫਖਰ ਹੋਣਾ ਸ਼ੁਰੂ ਹੋ ਜਾਂਦਾ ਕਿ ਮੈਨੂੰ ਕੋਈ ਜੇ ਮਾੜਾ ਕਹੇਗਾ ਤਾਂ ਮੈਂ ਉਹਦੇ 'ਤੇ ਰੋਣਾ ਜਾਂ ਮੈਂ ਖੁਦਕੁਸ਼ੀ ਨਹੀਂ ਕਰ ਲੈਣੀ, ਮੈਂ ਉਹ ਤਣਾਅ ਨਹੀਂ ਸਹੇੜਨਾ। ਮੈਂ ਕਹਿਣਾ ਕੋਈ ਗੱਲ ਨਹੀਂ, ਮੇਰਾ ਆਪਣਾ ਵੱਖਰਾ ਕਿਰਦਾਰ ਹੈ, ਮੇਰੀ ਖੂਬਸੂਰਤੀ ਵੱਖ ਹੈ, ਮੇਰੇ ਚਿਹਰੇ ਦੀ ਤੁਸੀਂ ਦੇਖੋ ਮੁਸਕਾਨ ਕਿੰਨੀ ਸੋਹਣੀ ਲੱਗਦੀ ਹੈ, ਜਾਂ ਫਲਾਣੇ ਦੀਆਂ ਜੇ ਅੱਖਾਂ ਸੋਹਣੀਆਂ ਨੇ ਤਾਂ ਮੇਰੇ ਦੰਦ ਕਿੰਨੇ ਸੋਹਣੇ ਨੇ। ਉਹਨੂੰ ਆਪਣੇ ਆਪ ਵਿੱਚ ਇਸ 13 ਵਰ੍ਹਿਆਂ ਤੋਂ ਪਹਿਲਾਂ ਦੀ ਉਮਰ ਵਿੱਚ ਬੱਚੇ ਨੂੰ ਆਪਣੇ ਆਪ 'ਤੇ ਮਾਣ ਮਹਿਸੂਸ ਕਰਵਾਉਣਾ ਬਹੁਤ ਜ਼ਰੂਰੀ ਜੀ। ਤਾਂ ਸਿਰਫ ਝਿੜਕੀਏ ਨਾ, ਪਿਆਰ ਤੇ ਮੁਹੱਬਤ ਨਾਲ ਜਿੰਨਾ ਬੂਟਾ ਸੋਹਣੀ ਤਰ੍ਹਾਂ ਤੁਸੀਂ ਉਹਨੂੰ ਸ਼ੇਪ ਕਰੋਗੇ ਉਨੇ ਹੀ ਸੋਹਣੇ ਫਲ ਲੱਗਦੇ ਆ ਜੀ। ਤੇ ਹੁਣ ਅੱਗੇ ਵਧਦੇ ਹਾਂ ਕਿ 13 ਤੋਂ ਲੈ ਕੇ 18 ਸਾਲ ਤੱਕ ਦੀ ਜੇ ਗੱਲ ਕਰੀਏ, ਇਹਦੇ ਵਿੱਚ ਕਿਸ਼ੋਰ ਅਵਸਥਾ ਜਿਹਨੂੰ ਅਸੀਂ ਹੈ ਨਾ ਕਹਿ ਦਿੰਦੇ ਹਾਂ, ਪ੍ਰੀ ਟੀਨ, ਟੀਨ ਸਭ ਇਹਦੇ ਵਿੱਚ ਹੈ ਨਾ ਆ ਜਾਂਦਾ। ਤੇ ਇਸ ਸਮੇਂ ਦੇ ਵਿੱਚ ਕੈਸੇ ਸੰਭਾਲਿਆ ਜਾਏ ਬੱਚਿਆਂ ਨੂੰ ਤਾਂ ਕਿ ਇੱਕ ਸੁਨਹਿਰਾ ਭਵਿੱਖ ਉਹ ਆਪਣਾ ਬਣਾ ਸਕਣ। ਬਿਲਕੁਲ, ਦਰਅਸਲ ਹੁਣ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸੁਨਹਿਰਾ ਭਵਿੱਖ ਸਿਰਫ ਉਹਨਾਂ ਦਾ ਨਹੀਂ ਬਲਕਿ ਪੂਰੇ ਸਾਡੇ ਮੁਲਕ ਦਾ ਉਹਦੇ ਉੱਤੇ ਨਿਰਭਰ ਹੁੰਦਾ ਜੀ। ਸੋ ਇਹਦੇ ਵਿੱਚੋਂ ਹੀ ਅਸੀਂ ਲੱਭਣੇ ਨੇ ਕਿ ਸਾਡੇ ਕੌਣ ਸਭ ਤੋਂ ਤਗੜੇ ਖਿਡਾਰੀ ਨੇ, ਕੌਣ ਸਾਡੇ ਸਭ ਤੋਂ ਤਗੜੇ ਪੇਂਟਰ ਨਿਕਲਣੇ ਨੇ, ਕੌਣ ਸਾਡੇ ਸਭ ਤੋਂ ਤਗੜੇ ਸਾਇੰਟਿਸਟ ਨਿਕਲਣੇ ਨੇ ਜਿਨ੍ਹਾਂ ਨੇ ਨੋਬਲ ਪ੍ਰਾਈਜ਼ ਕੱਲ੍ਹ ਨੂੰ ਲੈ ਕੇ ਆਉਣਾ। ਸੋ ਇਹਦਾ ਮਤਲਬ ਹੈ ਉਹਨਾਂ ਦੀ ਪ੍ਰਤਿਭਾ ਨੂੰ ਪਛਾਣਨਾ ਜਿੱਥੇ ਮਾਪਿਆਂ ਦਾ ਓਨਾ ਹੀ ਰੋਲ ਟੀਚਰਸ ਦਾ ਹੁੰਦਾ ਜੀ, ਕਿ ਉਹ ਬੱਚੇ ਨੂੰ ਸੇਧ ਦੇ ਸਕਣ ਕਿ ਭਈ ਜਦੋਂ ਤੇਰਾ ਟੀਚਾ ਮਿੱਥ ਦਿੱਤਾ, ਤੇਰੀ ਪਸੰਦ ਦਾ ਮਿੱਥ ਦਿੱਤਾ, ਫਿਰ ਇਹ ਬੱਚਾ ਤਣਾਅ ਜਿਹੜਾ ਲਏਗਾ ਉਹ ਚੰਗੇ ਲਈ ਲਏਗਾ। ਉਹਦਾ ਤਣਾਅ ਹੋਏਗਾ ਮੈਂ ਆਪਣੇ ਆਪ ਨੂੰ ਹੋਰ ਕਿਵੇਂ ਬਿਹਤਰ ਕਰ ਦੇਵਾਂ, ਨਾ ਕਿ ਉਹ ਤਣਾਅ ਜਿਹੜਾ ਅਸੀਂ ਕਰਦੇ ਹਾਂ, ਉਹ ਫਲਾਣੇ ਦੀ ਘਰ ਦੀ ਲਾਈਟ 12 ਵਜੇ ਤੱਕ ਜਗਦੀ ਰਹੀ, ਤੂੰ ਛੇਤੀ ਕਿਉਂ ਸੌਂ ਗਿਆ, ਉਹ ਫਲਾਣੇ ਦੇ 2% ਨੰਬਰ ਤੇਰੇ ਤੋਂ ਵੱਧ ਹੋ ਗਏ, ਤੂੰ ਕਿਉਂ ਇੱਦਾਂ ਹੋ ਗਿਆ। ਕਹਿਣ ਦਾ ਭਾਵ ਇਹ ਹੈ ਕਿ ਉਹਨੂੰ ਦੂਸਰੇ ਨਾਲ ਨਾ ਮੇਚੋ, ਉਹਦੀ ਆਪਣੇ ਕਿਰਦਾਰ ਨੂੰ ਖੜਾ ਕਰੋ ਤਾਂ ਕਿ ਉਹ ਇੱਕ ਵੱਖ ਇਨਸਾਨ ਬਣ ਕੇ ਇੱਕ ਆਪਣੀ ਵੱਖਰੀ ਮਿਸਾਲ ਕਾਇਮ ਕਰ ਸਕੇ। ਇਹੀ ਕਾਰਨ ਹੈ ਸਾਡਾ, ਲੱਗਦਾ ਸ਼ਾਇਦ ਕੋਈ ਮਾਪਿਆਂ ਨੂੰ ਨਾ ਚੰਗੀ ਲੱਗੇ ਹੋਏ ਮੇਰੀ ਗੱਲ, ਪਰ ਸੱਚ ਇਹੀ ਹੈ ਕਿ ਅਸੀਂ ਆਪਣੇ ਮੁਲਕ ਵਿੱਚ ਕਿਉਂ ਵੱਡੀ ਪੱਧਰ 'ਤੇ ਨੋਬਲ ਪ੍ਰਾਈਜ਼ ਵਿਨਰਸ ਨਹੀਂ ਤਿਆਰ ਕਰ ਸਕ ਰਹੇ, ਕਿਉਂਕਿ ਅਸੀਂ ਬੱਚੇ ਨੂੰ ਆਪਣੇ ਹਿਸਾਬ ਨਾਲ ਬਣਾ ਦਿੰਦੇ ਹਾਂ ਕਿ ਘੋੜਾ ਵੀ ਤਿਆਰ ਕਰਨਾ ਤਾਂ ਸਾਡੀਆਂ ਵਾਗਾਂ ਦੇ ਨਾਲ ਹੀ। ਸੋ ਉੱਚੀ ਉਡਾਨ ਭਰਨ ਦਈਏ ਤਾਂ ਸਾਡੀਆਂ ਬੇਟੀਆਂ ਵੀ ਹੋਣ ਭਾਵੇਂ ਬੇਟੇ ਹੋਣ, ਜੇ ਦੂਜੇ ਮੁਲਕਾਂ 'ਚ ਜਾ ਕੇ ਕਮਾਲ ਕਰ ਸਕਦੇ ਨੇ ਤਾਂ ਸਾਡੇ ਮੁਲਕ ਵਿੱਚ ਵੀ ਕਰਨਗੇ। ਸਿਰਫ ਉਹਨਾਂ ਨੂੰ ਅਸੀਂ ਰਸਤਾ ਦਿਖਾਈਏ, ਆਪ ਨਾ ਉਹਨਾਂ ਦੀ ਲਗਾਮ ਫੜ ਕੇ ਖਿੱਚੀਏ, ਉਹਨਾਂ ਨੂੰ ਖੁੱਲ੍ਹੇ ਰਾਹ ਦਿਓ ਤਾਂ ਜ਼ਰੂਰ ਜਾਣਗੇ। ਨਹੀਂ ਇਹੀ ਰਾਹ ਜੇ ਜਦੋਂ ਅਸੀਂ ਦੇਖ ਰਹੇ ਹਾਂ ਕਿ ਉਹ ਗਲਤ ਰਾਹਾਂ 'ਤੇ ਵੀ ਪੈਂਦੇ ਨੇ ਜੀ, ਵਿਗੜਦੇ ਵੀ ਨੇ, ਜਿਨ੍ਹਾਂ ਵਿੱਚ ਜਿਸ ਤਰੀਕੇ ਦੇ ਉਹ ਵਿਗਾੜ ਨੇ, ਜਿਨ੍ਹਾਂ 'ਚ ਨਾ ਸਿਰਫ ਨਸ਼ੇ ਬਲਕਿ ਬਹੁਤ ਹੋਰ ਵੀ ਕਈ ਤਰ੍ਹਾਂ ਦੇ ਵਿਗਾੜ ਅਸੀਂ ਸਮਾਜ ਵਿੱਚ ਦੇਖ ਰਹੇ ਹਾਂ, ਜਿੱਥੇ ਇਲੀਗਲ ਰਿਲੇਸ਼ਨਸ। ਬਿਲਕੁਲ ਠੀਕ ਗੱਲ ਹੈ। ਇੱਥੇ ਮੈਂ ਇੱਕ ਅਹਿਮ ਗੱਲ ਇੱਥੇ ਇਹ ਕਰਾਂਗੀ ਕਿ ਅੱਜ ਕੱਲ੍ਹ ਇੱਕ ਚੀਜ਼ ਹੋਰ ਦੇਖਣ ਦੇ ਵਿੱਚ ਜਿਹਦੇ ਕਾਰਨ ਤਣਾਅ ਵੱਧ ਰਿਹਾ ਉਹ ਹੈ ਸਾਈਬਰ ਐਡਿਕਸ਼ਨ। ਸਾਈਬਰ ਐਡਿਕਸ਼ਨ ਹੋ ਰਹੀ ਹੈ, ਸੋਸ਼ਲ ਮੀਡੀਆ ਬੱਚੇ ਬਹੁਤ ਜ਼ਿਆਦਾ ਚਲਾ ਰਹੇ। ਇੱਥੋਂ ਤੱਕ ਵੀ ਸੁਣਨ ਦੇ ਵਿੱਚ ਆਇਆ ਹੈ ਕਿ ਐਸੇ ਕਈ ਹਸਪੀਟਲਸ ਬਣੇ ਨੇ ਕਿ ਬੱਚਿਆਂ ਨੂੰ ਜਿੱਥੇ ਐਡਮਿਟ ਕਰਾ ਕੇ ਇਸ ਐਡਿਕਸ਼ਨ ਨੂੰ ਛੁਡਾਇਆ ਜਾ ਰਿਹਾ। ਬਿਲਕੁਲ, ਮੈਂ ਉਸੇ ਵੱਲ ਹੀ ਹੁਣ ਅੱਗੇ ਆਉਣਾ ਸੀ ਕਿ ਮੇਜਰ ਇਹ ਚੀਜ਼ ਇਸ ਕਾਰਨ ਵੀ ਇੰਪੋਰਟੈਂਟ ਸਾਡੇ ਲਈ ਬਣ ਚੁੱਕੀ ਹੈ ਕਿ ਅਸੀਂ ਆਮ ਤੌਰ 'ਤੇ, ਮੈਂ ਤੁਹਾਨੂੰ ਉਹ ਵੀ ਦੱਸ ਦਿਆਂ ਕਿ ਪੱਟਾਂ ਉੱਤੇ ਰੱਖ ਕੇ ਆਮ ਤੌਰ 'ਤੇ ਬੱਚੇ ਇਹ ਲਗਾਤਾਰ ਕਾਫੀ ਸਮੇਂ ਤੱਕ ਦੇਖਦੇ ਰਹਿੰਦੇ ਨੇ, ਜਿੱਥੇ ਅੱਖਾਂ ਦਾ, ਦਿਮਾਗ ਦਾ, ਪਿੱਠ ਦਾ, ਮੋਢਿਆਂ ਦਾ, ਉਂਗਲਾਂ ਦਾ, ਸਭ ਦਾ ਨਾਸ ਵੱਜਦਾ ਏ, ਉੱਥੇ ਚਿੜਚਿੜੇ, ਜ਼ਿੱਦੀ,
ਅੜਬ ਸੁਭਾਅ ਦੇ ਵੀ ਬਣ ਰਹੇ ਨੇ। ਤੇ ਫਿਰ ਨਾਲੋਂ ਨਾਲ ਸ਼ਾਇਦ ਇਹ ਅਹਿਮ ਚੀਜ਼ ਨਹੀਂ ਪਤਾ ਮਾਪਿਆਂ ਨੂੰ ਕਿ ਜਿਵੇਂ ਇੱਥੇ ਰੱਖ ਕੇ ਤੁਸੀਂ ਜਦੋਂ ਵਰਕ ਕਰਦੇ ਹੋ ਲੈਪਟਾਪ ਤੇ, ਇਹ ਸਪਰਮ ਕਾਊਂਟ ਤੇ ਵੀ ਅਸਰ ਪਾਉਂਦਾ ਜੇ, ਬੇਟੀਆਂ ਦੀਆਂ ਓਵਰੀਜ਼ ਤੇ ਵੀ ਪਾਉਂਦਾ ਜੇ। ਸੋ ਉਹਨਾਂ ਦੀ ਅੱਗੋਂ ਜੰਮਣ ਦੀ ਸਮਰੱਥਾ ਵੀ ਘਟ ਜਾਂਦੀ ਜੇ, ਯਾਨੀ ਕੰਮ ਕਰ ਰਹੇ ਨੇ ਉਹ। ਸੋ ਇਹਦੇ ਵਿੱਚ ਇੱਕ ਅਹਿਮ ਚੀਜ਼ ਜੇ ਜੋ ਸਾਈਬਰ ਦਾ ਤੁਸੀਂ ਜਿਹੜਾ ਇਹਨਾਂ ਨੂੰ ਇਸ ਵੇਲੇ ਜੋ ਡਿਜ਼ੀਜ਼ ਬਣ ਕੇ, ਬਿਮਾਰੀ ਬਣ ਕੇ ਉੱਭਰ ਰਿਹਾ, ਕਿ ਇਹਨਾਂ ਨੂੰ ਸਮਾਂ ਸੀਮਤ ਕੀਤਾ ਜਾਏ ਤੇ ਫਿਰ ਹਮੇਸ਼ਾ ਸੈਂਟਰਲ ਪਲੇਸ ਤੇ ਹੋਵੇ ਜਿੱਥੇ ਮਾਪੇ ਵੇਖ ਸਕਣ ਕਿ ਕੁਛ ਠੀਕ ਚੱਲ ਰਿਹਾ, ਪੜ੍ਹ ਹੀ ਰਿਹਾ ਬੱਚਾ, ਕੋਈ ਗਲਤ ਸਾਈਟ ਤਾਂ ਨਹੀਂ ਖੋਲ ਬੈਠਾ, ਕਿਉਂਕਿ ਆਨਲਾਈਨ ਡਰੱਗਸ ਵੀ ਬਹੁਤ ਜ਼ਿਆਦਾ ਇਸ ਵੇਲੇ ਨੇ ਜੋ ਮਾਪਿਆਂ ਨੂੰ ਕਈਆਂ ਨੂੰ ਨਹੀਂ ਪਤਾ ਉਹ ਹੋ ਰਹੀਆਂ ਨੇ ਸਪਲਾਈ। ਸੋ ਇਹ ਚੀਜ਼ਾਂ ਜ਼ਰੂਰੀ ਨੇ ਧਿਆਨ ਵਿੱਚ ਰੱਖਣੀਆਂ ਕਿ ਬੱਚਾ ਕੀ ਕਰ ਰਿਹਾ, ਉਹਦੇ ਦੋਸਤ ਮਿੱਤਰ ਕੌਣ ਨੇ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਧਮਕ ਜਾਓ ਕਿ ਦੋਸਤ ਜਦੋਂ ਵੀ ਮਿਲਣ ਗਏ ਤੁਸੀਂ ਉੱਤੇ ਸੁਪਰਵਿਜ਼ਨ ਲਈ ਖੜ ਜਾਓ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੱਚਾ ਕਿੱਥੇ ਹੈ। ਸੋ ਮੋਬਾਈਲ ਯੂਸੇਜ ਜਿੱਥੇ ਘਟਣੀ ਹੈ, ਮਿਨੀਮਮ ਤੁਸੀਂ ਉਹਨਾਂ ਨੂੰ ਕਹੋ ਵੀ ਤੁਸੀਂ ਜੇ ਵਰਤਿਆ ਤਾਂ ਤੁਸੀਂ ਆਪਣੇ ਟੈਲੀਫੋਨਸ ਲਈ ਰੱਖ ਲਓ, ਪਰ ਮੈਕਸਿਮਮ ਟਾਈਮ ਇੱਕ ਵੇਲੇ 20 ਮਿੰਟ ਤੋਂ ਉੱਪਰ ਨਹੀਂ ਜੀ ਜੀ, ਜਿਹਦੇ ਵਿੱਚ ਤੁਸੀਂ 20 ਸੈਕਿੰਡ ਲਈ ਜ਼ਰੂਰ 20 ਫੁੱਟ ਦੂਰ ਤੱਕ ਦੇਖਣਾ। ਸੋ 20 ਤੇ 20 ਅਸੀਂ ਇਹਨੂੰ ਰੱਖਿਆ ਹੋਇਆ ਹੈ, ਇਹਦਾ ਇਲਾਜ ਜੇ ਕਿ ਤੁਸੀਂ ਪੂਰੀ 20 ਫੁੱਟ ਦੂਰ ਦੇਖੋ 20 ਸੈਕਿੰਡ ਦੇ ਬਾਅਦ ਜੇ ਤੁਸੀਂ 20 ਮਿੰਟ ਲਈ ਬੈਠਣਾ ਜੇ, ਤਾਂ ਉਹਦੇ ਨਾਲ ਤੁਹਾਡੀਆਂ ਅੱਖਾਂ ਤੇ ਸਟ੍ਰੇਨ ਘਟ ਜਾਂਦਾ ਜੇ, ਪਿੱਠ ਤੇ ਵੀ, ਦਿਮਾਗ ਨੂੰ ਵੀ ਕੁਝ ਆਰਾਮ ਮਿਲ ਜਾਂਦਾ। ਪਰ ਕਦੇ ਵੀ ਕਿਸੇ ਵੀ ਹਾਲ ਵਿੱਚ ਜੇ 20 ਮਿੰਟ ਤੋਂ ਉੱਪਰ ਤੁਹਾਨੂੰ ਬੈਠਣਾ ਪੈ ਰਿਹਾ, ਕੋਸ਼ਿਸ਼ ਕਰੋ ਲੱਤਾਂ ਬਾਹਾਂ, ਜੇ ਉੱਠ ਕੇ ਵੀ ਜਾ ਸਕਦੇ ਹੋ ਪਾਣੀ ਪੀਣ ਜੋਗਾ ਤਾਂ ਇੰਨਾ ਕੁ ਕਰਕੇ ਫਿਰ ਬੈਠ ਜਾਓ। ਤਾਂ ਜੇ ਕਲਾਸ ਲਾਣੀ ਹੈ 40 ਮਿੰਟਸ ਦੀ, ਉਸ ਤੋਂ ਬਾਅਦ ਰੈਸਟ ਜ਼ਰੂਰੀ ਹੈ। ਰੈਸਟ ਜਿਹੜਾ ਹੈ ਉਹ ਜ਼ਰੂਰੀ ਹੋ ਜਾਂਦਾ ਹੈ। ਤੇ ਤਣਾਅ ਦੀ ਲਗਾਤਾਰ ਅਸੀਂ ਗੱਲ ਕਰ ਰਹੇ ਹਾਂ ਕਿ ਤਣਾਅ ਦੇ ਨੁਕਸਾਨ ਹੈ ਜਾਂ ਕਿੱਦਾਂ ਇਹ ਤੋਂ ਠੀਕ ਹੋਇਆ ਜਾ ਸਕਦਾ, ਕਿੱਦਾਂ ਬੱਚਿਆਂ ਨੂੰ ਬਚਾਇਆ ਜਾ ਸਕਦਾ। ਕਿ ਤਣਾਅ ਦੇ ਕੋਈ ਫਾਇਦੇ ਵੀ ਨੇ? ਜੀ ਬਿਲਕੁਲ। ਸਟ੍ਰੈਸ ਲੈਣ ਲਈ ਜਿਸ ਤਰ੍ਹਾਂ ਕਹਿੰਦੇ ਕਿ ਸਟ੍ਰੈਸ ਨਹੀਂ ਲੈਣਾ ਚਾਹੀਦਾ, ਪਰ ਜੇ ਅਸੀਂ ਲੈਣੇ ਕੋਈ ਬੈਨੀਫਿਟ ਹੋ ਸਕਦਾ, ਉਹਦਾ ਕੋਈ ਫਾਇਦਾ ਹੋ ਸਕਦਾ? ਬਿਲਕੁਲ। ਦੇਖੋ ਨਾ, ਜੇ ਤੁਸੀਂ ਤੁਹਾਡੇ ਸਰੀਰ ਦੇ ਅੰਦਰ ਇੱਕ, ਤੁਹਾਨੂੰ ਸ਼ਾਇਦ ਨਾ ਅੰਦਾਜ਼ਾ ਹੋਏ, ਕੁਦਰਤੀ ਘੜੀ ਫਿੱਟ ਜੇ। ਕਦੇ ਸੋਚਿਓ ਕਿ ਮੈਂ ਸਵੇਰੇ ਉੱਠ ਕੇ ਅੱਜ ਜਾਣਾ ਹੈ, ਤਾਂ ਤੁਸੀਂ ਭਾਵੇਂ ਅਲਾਰਮ ਲਾਇਆ ਹੋਏਗਾ, ਤੁਹਾਡਾ ਆਟੋਮੈਟਿਕਲੀ ਸਰੀਰ ਨੇ ਤੁਹਾਨੂੰ ਸੁਨੇਹਾ ਦੇ ਦੇਣਾ, ਤੁਸੀਂ ਸ਼ਾਇਦ ਅਲਾਰਮ ਤੋਂ ਵੀ 5 ਮਿੰਟ ਪਹਿਲਾਂ ਜਾਗੋਗੇ, ਜਾਗ ਜਾਓਗੇ ਜੀ। ਤਾਂ ਇਹ ਸਟ੍ਰੈਸ ਜੇ ਜਿਹੜਾ ਤੁਹਾਨੂੰ ਟਾਈਮ ਦੇ ਅਕੋਰਡਿੰਗ ਤੋਰਦਾ ਜੇ, ਇਹੀ ਸਟ੍ਰੈਸ ਜੇ ਜਿਹੜਾ ਹੁਣ ਖੋਜਾਂ ਸਾਬਤ ਕਰ ਚੁੱਕੀਆਂ, ਜੋ ਪਹਿਲਾਂ ਕਹਿੰਦੇ ਸੀ ਹਾਰਟ ਅਟੈਕਸ ਕਰਦਾ ਜੇ, ਹੁਣ ਇਹੀ ਸਟ੍ਰੈਸ ਜੇ ਕੋਈ ਜਿਹੜਾ ਹਾਰਟ ਅਟੈਕ ਦੇ ਵਿੱਚੋਂ ਬਚਾ ਕੇ ਅਗਾਂਹ ਲੰਮੀ ਜ਼ਿੰਦਗੀ ਦੇਣ 'ਚ ਵੀ ਸਹਾਈ ਹੋ ਜਾਂਦਾ, ਕਿਉਂਕਿ ਉਹ ਕਿਤੇ ਨਾ ਕਿਤੇ ਕੁਝ ਹੱਦ ਤੱਕ ਬੈਨੀਫੀਸ਼ੀਅਲ ਹੈ। ਨਹੀਂ ਸ਼ਾਇਦ ਅਸੀਂ ਕਦੇ ਅਚੀਵਰਸ ਬਣਦੇ ਹੀ ਨਾ, ਯਾਨੀ ਕੋਈ ਸੋਚੇ ਹੀ ਨਾ, ਜੇ ਤਣਾਅ ਨਾ ਲਵੇ ਵੀ ਮੈਂ ਉਸ ਚੋਟੀ ਤੇ ਚੜ੍ਹਨਾ, ਉਹਨੂੰ ਸਰ ਕਰਨਾ, ਤਾਂ ਫਿਰ ਉਹ ਤਣਾਅ ਨਾਲ ਹੀ ਚੜ੍ਹ ਸਕੇਗਾ। ਉਹਦੇ ਸਰੀਰ ਅੰਦਰ ਜਿਹੜਾ ਕੋਰਟੀਸੋਲ ਨਿਕਲਣਾ ਜਾਂ ਉਹਦੀ ਐਡਰੀਨਾਲਿਨ ਨਿਕਲਣੀ ਹੈ, ਉਹੀ ਉਹਨੂੰ ਲੈ ਕੇ ਜਾਏਗੀ। ਸੋ ਕੁਝ ਹੱਦ ਤੱਕ ਦਾ ਤਣਾਅ ਠੀਕ ਹੁੰਦਾ ਜੇ, ਤੇ ਇਹ ਨਾ ਹੋਵੇ ਤਾਂ ਮੈਂ ਤੁਹਾਨੂੰ ਸੱਚ ਕਹਾਂ, ਤੁਸੀਂ ਬਿਲਕੁਲ ਰਿਲੈਕਸਡ ਹੋ ਜਾਓਗੇ, ਤੁਹਾਨੂੰ ਚੀਜ਼ਾਂ ਭੁੱਲਣ ਲੱਗ ਜਾਣੀਆਂ, ਸਰੀਰ ਐਂਡ ਪੂਰਾ ਤੁਸੀਂ ਖ਼ਤਮ ਕਰਕੇ ਬੈਠ ਜਾਓਗੇ, ਮੈਨੂੰ ਕੁਛ ਲੋੜ ਹੀ ਨਹੀਂ, ਮੈਂ ਬੈਠਾ ਹੀ ਹਾਂ, ਤਾਂ ਜ਼ਿੰਦਗੀ ਖ਼ਤਮ ਕਰ ਲਓਗੇ। ਸੋ ਤੁਹਾਨੂੰ ਇੰਨਾ ਕੁ ਤਣਾਅ ਤਾਂ ਚਾਹੀਦਾ ਵੀ ਮੈਂ ਕਰਨਾ, ਅਜੇ ਹੋਰ ਜੀਣਾ, ਮੈਂ ਤਾਂ ਇਹ ਚੀਜ਼ ਅਜੇ ਅਜ਼ਮਾ ਕੇ ਜਾਣੀ ਹੈ, ਮੈਂ ਤਾਂ ਇਹ ਦਿਖਾ ਕੇ ਜਾਵਾਂਗਾ ਕੀਤਾ ਜਾ ਸਕਦਾ। ਸੋ ਇਹ ਜਿਹੜਾ ਤੁਹਾਨੂੰ ਤਣਾਅ ਰੱਬ ਕਰੇ ਸਾਰਿਆਂ ਨੂੰ ਹੋਵੇ ਕਿ ਅਸੀਂ ਹੋਰ ਅਚੀਵ ਕਰਨਾ, ਪਰ ਉਸ ਹੱਦ ਤੱਕ ਕਿ ਤੁਸੀਂ ਆਪਾਂ ਮੌਤ ਨੂੰ ਨਹੀਂ ਮੂੰਹ ਵਿੱਚ ਲਾ ਲੈਣਾ। ਤੇ ਇਹ ਤਣਾਅ ਇਹ ਵੀ ਨਹੀਂ ਕਰਨਾ ਕਿ ਅਸੀਂ ਜੀ ਸਿਰਫ ਸੜਕ ਦੇ ਉੱਤੇ ਰੇਸ ਅੱਗੇ ਜਿੱਤਣੀ ਹੈ ਤੇ ਉਹੀ ਤਣਾਅ ਹੈ, ਇਹ ਬਿਲਕੁਲ ਤਣਾਅ ਨਹੀਂ ਹੈ। ਤਣਾਅ ਆਪਣੇ ਆਪ ਨੂੰ ਹੋਰ ਇੰਪਰੂਵ ਕਰਨ ਲਈ ਜ਼ਰੂਰ ਹੋਣਾ ਚਾਹੀਦਾ, ਨਾ ਕਿ ਦੂਜੇ ਨੂੰ ਢਾਹ ਕੇ ਅੱਗੇ ਲੰਘਣ ਦਾ, ਕਿ ਉਹਦੀ ਲਕੀਰ ਛੋਟੀ ਕਰਨੀ ਹੈ, ਆਪਣੀ ਲੰਬੀ ਨਹੀਂ ਕਰਨੀ। ਸੋ ਇਹ ਨਹੀਂ ਹੋਣਾ ਚਾਹੀਦਾ ਜੀ। ਤੇ ਡਾਕਟਰ ਸਾਹਿਬ, ਸਮਾਂ ਹੁਣ ਥੋੜਾ ਹੀ ਰਹਿ ਗਿਆ, ਤੇ ਹੁਣ ਜਾਂਦੇ ਜਾਂਦੇ ਦਰਸ਼ਕਾਂ ਨੂੰ ਐਸੇ ਟਿਪਸ ਜ਼ਰੂਰ ਦਿਓ ਕਿ ਤਣਾਅ ਤੋਂ ਆਪ ਵੀ ਦੂਰ ਰਹਿਣ ਤੇ ਬੱਚਿਆਂ ਨੂੰ ਵੀ ਦੂਰ ਰੱਖ ਸਕਣ। ਜੀ ਬਿਲਕੁਲ। ਜੇ ਮੈਂ ਇੱਕ ਜ਼ਰੂਰ ਗੱਲ ਕਰਨੀ ਚਾਹੁੰਦੀ ਹਾਂ ਜੋ ਕਿ ਖੋਜਾਂ ਉੱਤੇ ਆਧਾਰਿਤ ਜੇ, ਕਿ ਜਿਹੜਾ ਕੁਛ ਤਣਾਅ ਘਟਾਉਣ ਵਿੱਚ ਸਾਡੇ ਸਾਂਝੇ ਟੱਬਰ ਕਰਦੇ ਸਨ, ਕਾਸ਼ ਉਹ ਕਿਤੇ ਫਿਰ ਆ ਜਾਣ। ਸੱਚਮੁੱਚ ਮੈਨੂੰ ਲੱਗਦਾ ਹੈ ਅਸੀਂ ਸ਼ਾਇਦ ਲੱਖਾਂ ਹੀ ਮੌਤਾਂ ਬਚਾ ਸਕਾਂਗੇ। ਇੱਕ 80 ਵਰਿਆਂ ਦਾ ਸਾਡੇ ਘਰ ਬਜ਼ੁਰਗ ਜਾਂ ਇੱਕ 60 ਵਰਿਆਂ ਦਾ ਸਾਡੇ ਜਿਸ ਨੇ ਜ਼ਿੰਦਗੀ ਦਾ ਨਿਚੋੜ ਸਿੱਖ ਲਿਆ ਹੋਵੇ, ਜੋ ਉਹ ਤਣਾਅ ਦੇ ਕਈ ਸਾਗਰਾਂ ਤੋਂ ਪਾਰ ਹੋ ਕੇ ਪਹੁੰਚਿਆ ਹੁੰਦਾ ਜੇ, ਜੋ ਉਸਨੇ ਟਿਪਸ, ਜੋ ਮੇਰੇ ਤੋਂ ਕਹਿ ਰਹੇ, ਜੋ ਉਹਨੇ ਟਿਪਸ ਦੇ ਦੇਣੀ ਹੈ ਨਾ ਘਰ ਵਿੱਚ, ਤੇ ਜਿਸ ਤਰੀਕੇ ਦੀ ਉਹਦੀ ਨਜ਼ਰ ਜਾਂ ਉਹਦੀ ਹੋਂਦ ਨਾਲ
ਘਰ ਵਿੱਚ ਅਨੇਕਾਂ ਲੜਾਈਆਂ ਟਲ ਜਾਣੀਆਂ। ਤੇ ਮੈਂ ਇਹ ਵੀ ਦੱਸ ਦਿਆਂ ਕਿ ਸਾਡਾ ਜੇ ਵਿਰਸਾ ਅਗਾਂਹ ਤੁਰਨਾ ਜੇ ਤਾਂ ਸਿਰਫ ਉਹਨਾਂ ਸਦਕਾ ਹੈ ਜਿਨ੍ਹਾਂ ਨੇ ਨਿੱਕੇ ਬਾਲਾਂ ਨੂੰ ਉਹ ਚੀਜ਼ ਸਿਖਾ ਦੇਣੀ ਹੈ ਇੰਨੀ ਪਿਆਰ ਤੇ ਮੁਹੱਬਤ, ਠਰਮੇ ਤੇ ਠਹਿਰਾਓ ਦੇ ਨਾਲ, ਜੋ ਸ਼ਾਇਦ ਮਾਪੇ ਨਹੀਂ ਕਰ ਸਕਣਗੇ, ਜੋ ਆਪਣੇ ਹੋਰ ਕੰਮਾਂ ਕਾਰਾਂ 'ਚ ਉਲਝੇ ਬੈਠੇ ਨੇ ਜੀ। ਸੋ ਉਹ ਚੀਜ਼ ਜਿਹੜੀ ਉਹਨਾਂ ਉਸ ਉਮਰ ਦੇ ਜੋ ਤਜਰਬਿਆਂ ਨੇ ਸਿਖਾਣੀ ਜੇ, ਜਿਸ ਤਰੀਕੇ ਦਾ ਉਹ ਤਣਾਅ ਘਟਾ ਕੇ, ਜਿਵੇਂ ਸਹਿਜ ਮਾਹੌਲ ਦੇ ਵਿੱਚ, ਚੱਲ ਅੱਜ ਪਾਪਾ ਕੋਲ ਟਾਈਮ ਨਹੀਂ ਹੈ, ਛੱਡ ਯਾਰ ਆ ਜਾ ਮੇਰੇ ਨਾਲ, ਚੱਲ ਮੈਂ ਚੱਲਦਾ ਤੇਰੇ ਨਾਲ, ਚੱਲ ਅੱਜ ਪਸੰਦ ਦੀ ਚੀਜ਼ ਕਰੀਏ। ਤੇ ਫਿਰ ਮੈਂ ਬੜੀ ਅਹਿਮ ਗੱਲ ਦੱਸਾਂ, ਸਭ ਤੋਂ ਮਜ਼ਾ ਪਤਾ ਜੇ ਕੀ ਆਉਂਦਾ, ਬਜ਼ੁਰਗ ਨੂੰ ਵੀ ਤੇ ਬੱਚੇ ਨੂੰ ਵੀ, ਉਹਨਾਂ ਲਈ ਇੱਕੋ ਹੀ ਹੁੰਦਾ ਜੇ ਲੜਾਈ ਦਾ ਕਹਿਣਾ ਵੀ ਸਾਡੇ ਮਾਂ ਜਾਂ ਪਿਓ। ਸੋ ਕਿੱਡਾ ਸਵਾਦ ਆਉਂਦਾ ਹੈ, ਬੱਚੇ ਨੇ ਸਾਰਾ ਗੁੱਸਾ ਕੱਢ ਦੇਣਾ ਆਪਣੇ ਦਾਦੇ ਨਾਲ ਗੱਲ ਕਰਕੇ, ਇਹ ਤਾਂ ਬਹੁਤ ਗੰਦਾ ਹੈ ਮੇਰਾ ਪਾਪਾ, ਉਹ ਕਹੇਗਾ ਬਿਲਕੁਲ ਬਹੁਤ ਹੀ ਗੰਦਾ ਤੇਰਾ ਪਾਪਾ, ਮੈਂ ਵੀ ਬੜੀ ਮੁਸ਼ਕਿਲ ਪਾਲਿਆ। ਅਤੇ ਉਹ ਜਿਹੜੀ ਆਪਸੀ ਸਾਂਝ ਬਣਨੀ ਹੈ ਨਾ, ਉਹਨੇ ਕਮਾਲ ਹੀ ਕਰ ਦੇਣਾ। ਉਹ ਤਰੰਗਾਂ ਜਿਹੜੀਆਂ ਇੱਕ ਤੋਂ ਦੂਜੇ ਤਾਈਂ ਪਹੁੰਚਣੀਆਂ ਨੇ ਨਾ, ਤੁਸੀਂ ਕਿਸੇ ਨੂੰ ਵੀ ਅੱਜ ਸੋਚ ਲਿਓ, ਗੱਲ ਕਰਿਓ, ਆਪਣੇ ਅੰਦਰ ਵੀ ਝਾਤ ਮਾਰਿਓ, ਤੁਸੀਂ ਕਹੋਗੇ ਹਾਂ ਮੇਰੇ ਨਾਨਾ ਜੀ ਨੇ ਕਿਹਾ ਸੀ, ਹਾਂ ਮੇਰੇ ਦਾਦਾ ਜੀ ਨੇ ਕਿਹਾ ਸੀ। ਉਹ ਚੀਜ਼ਾਂ ਭੁਲਾਈਆਂ ਨਹੀਂ ਜਾ ਸਕਦੀਆਂ। ਸੋ ਉਹਨਾਂ ਨੇ ਜੋ ਸਿਖਾਉਣਾ, ਜੋ ਉਹਨਾਂ ਨੇ ਆਪਣੇ ਸਮੇਂ ਦੀਆਂ ਗੱਲਾਂ ਕਰਵਾਉਣੀਆਂ ਜੇ, ਉਹੀ ਅੱਗੇ ਤੀਜੀ ਪੀੜ੍ਹੀ ਤੋਰੇਗੀ, ਉਹੀ ਸਾਡਾ ਸੱਭਿਆਚਾਰ, ਸਾਡੀ ਜ਼ਬਾਨ, ਸਾਡਾ ਪਿਛੋਕੜ ਅਗਾਂਹ ਲੈ ਕੇ ਜਾ ਸਕਦਾ, ਉਹੀ ਉਹਨਾਂ ਨੂੰ ਅਣਖ ਜਗਾਉਂਦਾ, ਉਹੀ ਉਹਨਾਂ ਦੇ ਅੰਦਰ ਮਾਣ ਪੈਦਾ ਕਰਦਾ ਕਿ ਹਾਂ ਅਸੀਂ ਖੁਸ਼ ਹਾਂ, ਅਸੀਂ ਇੱਥੇ ਜੰਮੇ। ਸੋ ਇਹ ਜੋ ਅੱਜ ਸਾਡੇ 'ਚ ਟੁੱਟਦੇ ਟੱਬਰ ਨੇ, ਉਹੀ ਕਾਰਨ ਹੈ ਕਿ ਸਾਡੇ ਬੱਚੇ ਉਡਾਨ ਭਰਦੇ ਜਾਂਦੇ ਨੇ ਦੂਜੇ ਮੁਲਕਾਂ ਵਿੱਚ, ਜਿਨ੍ਹਾਂ ਨੂੰ ਆਪਣੇ ਮੁਲਕ 'ਤੇ ਫਖਰ ਹੋਣਾ ਚਾਹੀਦਾ। ਸੋ ਰੱਬ ਕਰੇ ਜੇ ਅਸੀਂ ਕਿਤੇ ਸਾਂਝੇ ਟੱਬਰ ਫਿਰ ਲੈ ਆਈਏ, ਸਾਡੇ ਜੋ ਬਜ਼ੁਰਗ ਸੀ ਉਹਨਾਂ ਦੇ ਤਜਰਬਿਆਂ ਦੀ ਸੁਨਹਿਰੀ ਕਿਤਾਬ ਜੇ ਅਸੀਂ ਸਾਂਝੀ ਬੱਚਿਆਂ ਨਾਲ ਕਰ ਗਏ, ਤਾਂ ਸੱਚਮੁੱਚ ਜਿਵੇਂ ਮਾਂ ਗੁਜਰੀ ਨੇ ਉਸ ਸਮੇਂ ਜੋ ਦੇ ਦਿੱਤਾ ਸੀ, ਜੋ ਬੱਚਿਆਂ ਨੂੰ ਉਸ ਕਿਰਦਾਰ ਬਣਾਉਣ ਵਿੱਚ ਜੋ ਉਹਨਾਂ ਨੇ ਕਮਾਲ ਕੀਤੀ ਸੀ, ਬਿਲਕੁਲ ਇਸੇ ਤਰ੍ਹਾਂ ਅਸੀਂ ਸ਼ਾਇਦ ਅੱਜ ਵੀ ਤਬਦੀਲੀ ਲਿਆ ਸਕਦੇ ਹਾਂ ਜੇ ਅਸੀਂ ਇਸੇ ਤਰ੍ਹਾਂ ਆਪਣੇ ਬਜ਼ੁਰਗ ਸਾਂਭ ਕੇ ਰੱਖੀਏ। ਜੀ, ਤੁਸੀਂ ਬਿਲਕੁਲ ਠੀਕ ਕਿਹਾ ਡਾਕਟਰ ਹਰਜਿੰਦਰ ਕੌਰ ਜੀ। ਤੁਹਾਡੀ ਹਰ ਗੱਲ ਦੇ ਵਿੱਚ ਹੀ ਕੋਈ ਨਾ ਕੋਈ ਸੁਨੇਹਾ ਸੀ। ਅਸੀਂ ਅੱਜ ਬਹੁਤ ਕੁਝ ਤੁਹਾਡੇ ਤੋਂ ਸਿੱਖਿਆ। ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਖਿੜ ਖਿੜ ਬਹੁਤਾ ਹੱਸਿਆ ਕਰ, ਵੈਸੇ ਤੂੰ ਮਰਜ਼ੀ ਦੀ ਮਾਲਕ ਹੈ, ਅਸੀਂ ਤਾਂ ਸਿਰਫ ਸਲਾਹ ਦਿੱਤੀ। ਝੂਠੀ ਮੰਨ ਜਾ, ਪੱਲੇ ਬਨ ਗੱਲ ਤੇਰੇ ਕੰਨ ਵਿੱਚ ਪਾ ਦਿੱਤੀ। ਇਹਨੂੰ ਝੂਠੀ ਮੰਨ ਜਾ, ਪੱਲੇ ਬਨ ਗੱਲ ਤੇਰੇ ਕੰਨ ਵਿੱਚ ਪਾ ਦਿੱਤੀ। ਜੋ ਖੜਦੇ ਨੇ ਵਿੱਚ ਰਾਹ ਦੇ, ਜੋ ਖੜਦੇ ਨੇ ਵਿੱਚ ਰਾਹ ਦੇ, ਉਹਨਾਂ ਮਨ ਚੱਲਿਆ ਤੋਂ ਬਚਿਆ ਕਰ ਲੋਕਾਂ ਦੀਆਂ ਨਜ਼ਰਾਂ, ਲੋਕਾਂ ਦੀਆਂ ਨਜ਼ਰਾਂ। ਸ਼ੱਕੀ ਨੇ ਨਾ ਖਿੜ ਖਿੜ ਬਹੁਤਾ ਹੱਸਿਆ ਕਰ, ਨਾ ਖਿੜ ਖਿੜ